ਇਹ ਜਿੰਨੀਆਂ ਘਟਨਾਵਾਂ ਇਹਦੀ ਜਿੰਨੀ ਨਿੰਦਾ ਕਰ ਲਈ ਉਨੀ ਥੋੜੀ ਆ। ਇਹ ਲੜਕੀਆਂ ਦੇ ਕਿਰਦਾਰ ਨੂੰ ਲੈ ਕੇ, ਲੜਕੀਆਂ ਦੀ ਇੱਜ਼ਤ ਨੂੰ ਲੈ ਕੇ, ਲੜਕੀਆਂ ਦੇ ਸਟੇਟਸ ਨੂੰ ਲੈ ਕੇ, ਲੜਕੀਆਂ ਦੀ ਐਜੂਕੇਸ਼ਨ ਨੂੰ ਲੈ ਕੇ ਇਹ ਲੋਕ ਵਚਨਬੱਧ ਨਹੀਂ। ਲੋਕਾਂ ਦੀ ਕਚਹਿਰੀ ਦੇ ਵਿੱਚ ਲਿਜਾ ਕੇ ਉਹਨੂੰ ਟੰਗ ਦੇਣਾ ਚਾਹੀਦਾ, ਉਹਦੇ ਥੱਲੇ ਫਿਰ ਇਹ ਅੱਗ ਬਾਲ ਦੇਣੀ ਚਾਹੀਦੀ ਤਾਂ ਜੋ ਕਿ ਬਾਕੀ ਜਿਹੜੇ ਵੀ ਲੋਕ ਆ ਉਹ ਵੀ ਇਸ ਘਟਨਾ ਨੂੰ ਦੇਖ ਕੇ, ਇਸ ਸਜ਼ਾ ਨੂੰ ਦੇਖ ਕੇ ਅੱਗੇ ਤੋਂ ਫਿਰ ਦੂਸਰੀ ਲੜਕੀ ਨੂੰ ਉਂਗਲ ਨਹੀਂ ਲਾਉਣ ਦੀ ਉਹ ਕੋਸ਼ਿਸ਼ ਕਰਨਗੇ। ਅਗਰ ਇਹੀ ਲੜਕੀ ਕਿਸੇ ਮੰਤਰੀ, MLA, MP ਦੀ ਹੁੰਦੀ, ਇਹੀ ਲੜਕੀ ਜੋਗੀ ਆਦਿੱਤਿਆਨਾਥ ਦੀ ਸਕੀ ਭੈਣ ਹੁੰਦੀ, ਇਹੀ ਲੜਕੀ ਕਿਸੇ ਮੰਤਰੀ, ਡਿਪਟੀ CM ਜਾਂ ਕਿਸੇ ਕੈਬਨਿਟ ਮਿਨਿਸਟਰ ਦੀ ਆਪਣੀ ਲੜਕੀ ਹੁੰਦੀ ਤਾਂ ਕੀ ਉਹ ਵੀ ਰਾਤ ਨੂੰ ਇੱਦਾਂ ਹੀ ਜਾ ਕੇ ਉੱਥੇ ਸੰਸਕਾਰ ਐਡਮਿਨਿਸਟ੍ਰੇਸ਼ਨ ਕਰ ਦਿੰਦਾ। ਪਰ ਮੈਂ ਇਹ ਕਹਿੰਦਾ ਕਿ ਮੋਦੀ ਨੂੰ ਇਸ ਗੱਲ ਤੋਂ ਸਮਝ ਜਾਣਾ ਚਾਹੀਦਾ ਕਿ ਮੈਨੂੰ ਦੁਨੀਆ ਦੇ ਵਿੱਚ ਆਉਣ ਵਾਲੇ ਵਕਤ ਦੇ ਵਿੱਚ ਅਗਰ ਲੋਕ ਮੇਰੀ ਤੁਲਨਾ ਕਰਨਗੇ ਤਾਂ ਮੁਸਲਮਾਨ ਹਕੂਮਤਾਂ ਔਰ ਅੰਗਰੇਜ਼ ਹਕੂਮਤ, ਉਹਨਾਂ ਦੀ ਹਕੂਮਤ ਨਾਲੋਂ ਵੀ ਮਾੜਾ ਹੁਕਮਰਾਨ ਜਿਹੜਾ ਉਹ ਇਹਨੂੰ ਮੋਦੀ ਨੂੰ ਸਮਝਣਗੇ। ਮਗਰ ਮੈਂ ਤੁਹਾਨੂੰ ਦੱਸ ਦੇਵਾਂ ਕਿ 2013 ਦੇ ਵਿੱਚ ਜਦੋਂ ਵਿਧਾਨ ਸਭਾ ਦੇ ਵਿੱਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸੀ, ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਸੀ, ਇਹ ਜਿਹੜਾ ਆਰਡੀਨੈਂਸ ਬਿੱਲ ਆ ਉਦੋਂ ਪ੍ਰਕਾਸ਼ ਸਿੰਘ ਬਾਦਲ ਖੁਦ ਇੱਥੇ ਅਸੈਂਬਲੀ ਵਿੱਚ ਚੰਡੀਗੜ੍ਹ ਲੈ ਕੇ ਆਇਆ ਸੀ। ਉਹੀ ਇਹ ਬਿੱਲ ਆ, ਉਸੇ ਬਿੱਲ ਨੂੰ BJP ਨਾਲ ਉਦੋਂ ਕੋਲੀਸ਼ਨ ਸੀ, BJP ਵਾਲਿਆਂ ਨੇ ਜਾ ਕੇ ਨਰਿੰਦਰ ਮੋਦੀ ਨੂੰ ਦੇ ਦਿੱਤਾ। ਉਹੀ ਬਿੱਲ ਐਜ਼ ਇਟ ਇਜ਼ ਉਹ ਅੱਜ ਨਰਿੰਦਰ ਮੋਦੀ ਨੇ ਉਹਨੂੰ ਲਾਗੂ ਕਰ ਦਿੱਤਾ। ਤੇ ਹੁਣ ਫਿਰ ਵਿਰੋਧ ਕਿਉਂ ਕਰਦੇ ਜਿਹੜੀ ਚੀਜ਼ ਹੀ ਤੁਸੀਂ ਲੈ ਕੇ ਆਏ? ਮੈਂ ਫਲਜਿੰਦਰ ਰਤੂ ਤੇ ਤੁਸੀਂ ਦੇਖ ਰਹੇ ਹੋ ਫੈਨ ਅੰਬੇਡਕਰ TV। ਜਿੱਦਾਂ ਕਿ ਅਸੀਂ ਇਸ ਚੈਨਲ ਦੇ ਰਾਹੀਂ ਤੁਹਾਡੇ ਨਾਲ ਦੇਸ਼ ਦੇ ਨਵੇਂ ਮੁੱਦੇ, ਨਵੀਆਂ ਸ਼ਖਸੀਅਤਾਂ ਲੈ ਕੇ ਤੁਹਾਡੇ ਨਾਲ ਹਾਜ਼ਰ ਹੁੰਦੇ ਹਾਂ। ਸੋ ਇਸੇ ਤਰੀਕੇ ਅਸੀਂ ਅੱਜ ਇਸ ਚੈਨਲ ਦੇ ਰਾਹੀਂ ਤੁਹਾਡੇ ਨਾਲ ਗੱਲਬਾਤ ਕਰਾਂਗੇ ਜੋ ਦੇਸ਼ ਦਾ ਜੋ ਸਭ ਤੋਂ ਜ਼ਿਆਦਾ ਭਖਿਆ ਹੋਇਆ ਮੁੱਦਾ ਔਰਤਾਂ ਦਾ, ਜਿਸ ਦੇ ਵਿੱਚ ਕਿ ਸਭ ਤੋਂ ਪਹਿਲਾਂ ਅਗਰ ਗੱਲ ਕਰੀਏ ਕਿ ਦੇਸ਼ ਦੇ ਵਿੱਚ ਨਾਅਰਾ ਦਿੱਤਾ ਜਾਂਦਾ ਪੋਲੀਟਿਕਸ ਦੇ ਕਰਨ ਦੇ ਲਈ, ਔਰਤਾਂ ਨੂੰ ਪੋਲੀਟਿਕਸ ਲਈ ਵਰਤਿਆ ਜਾਂਦਾ ਔਰ ਨਾਅਰਾ ਦਿੱਤਾ ਜਾਂਦਾ ਬੇਟੀ ਪੜ੍ਹਾਓ ਬੇਟੀ ਬਚਾਓ। ਅੱਜ ਤੁਸੀਂ ਸਾਰੇ ਭਲੀ ਭਾਂਤੀ ਜਾਣਦੇ ਹੋ ਕਿ ਕਿੰਨੇ ਕੁ ਬੇਟੀਆਂ ਜਾਂ ਔਰਤਾਂ ਕਿੰਨੀਆਂ ਕੁ ਸੁਰੱਖਿਅਤ ਆ। ਇਹਨਾਂ ਮੁੱਦਿਆਂ ਦੇ ਉੱਤੇ ਅਸੀਂ ਗੱਲਬਾਤ ਕਰਾਂਗੇ। ਸਾਡੇ ਨਾਲ ਨੇ ਮੌਜੂਦ ਬਹੁਜਨ ਸਮਾਜ ਪਾਰਟੀ ਦੇ ਸਾਬਕਾ ਮੀਤ ਪ੍ਰਧਾਨ ਸ਼੍ਰੀ MP ਸਿੰਘ ਗੁਰਾਇਆ ਜੀ। ਗੁਰਾਇਆ ਜੀ, ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਫੈਨ ਅੰਬੇਡਕਰ TV। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਗੁਰਾਇਆ ਸਾਹਿਬ, ਹੁਣ ਆਪਾਂ ਗੱਲ ਕਰਦੇ ਹਾਂ ਕਿ ਦੇਸ਼ ਦੇ ਜੋ ਰਾਜਨੀਤਿਕ ਪਾਰਟੀਆਂ ਆ, ਬਹੁਤ ਸਾਰੇ ਨਾਅਰੇ ਦਿੰਦੀਆਂ ਔਰਤਾਂ ਦੇ ਲਈ, ਬਹੁਤ ਸਾਰੀ ਗੱਲਬਾਤ ਚੱਲਦੀ ਕਿ ਬੇਟੀ ਪੜ੍ਹਾਓ ਬੇਟੀ ਬਚਾਓ। ਕੋਈ ਨੰਨੀ ਸ਼ਾਹ ਦੇ ਨਾਅਰੇ ਦਿੰਦੇ ਆ, ਕੋਈ ਕਿਸੇ ਤਰੀਕੇ, ਪਰ ਕਿਤੇ ਨਾ ਕਿਤੇ ਅਸੀਂ ਦੇਖਦੇ ਹਾਂ ਕਿ ਪਹਿਲਾਂ ਦੇਖਦੇ ਸੀ ਕਾਗਜ਼ਾਂ ਤੱਕ ਹੀ ਜੋ ਔਰਤ ਸੀਗੀ ਉਹ ਸੀਮਤ ਸੀਗੀ, ਉਹਨੂੰ ਕੋਈ ਹੱਕ ਅਧਿਕਾਰ ਨਹੀਂ ਸੀ। ਔਰ ਦਿਨੋਂ ਦਿਨ ਅਗਰ ਗੱਲ ਕਰੀਏ ਅੱਜ ਦੇ ਹਾਲਾਤਾਂ ਦੇ ਵਿੱਚ, ਪਹਿਲਾਂ ਦੇਖਦੇ ਨਿਰਭਇਆ ਰੇਪ ਕਾਂਡ, ਫਿਰ ਅਸੀਫਾ ਤੋਂ ਬਾਅਦ ਸੰਜਲੀ ਆਗਰੇ ਦੇ ਵਿੱਚ ਹੋਇਆ, ਔਰ ਉਸ ਤੋਂ ਬਾਅਦ ਲਗਾਤਾਰ ਹੁਣ ਵੀ 3-4 ਜੋ ਮਾਮਲੇ ਰੇਪ ਦੇ ਜੋ ਆਏ ਆ, ਗੈਂਗ ਰੇਪ ਦੇ। ਔਰ ਉਸ ਤੋਂ ਬਾਅਦ ਇੱਕ ਜਿਹਨੇ ਹੱਦ ਹੀ ਕਰ ਦਿੱਤੀ, ਮਨੀਸ਼ਾ ਵਾਲਮੀਕੀ ਜੋ ਬੱਚੀ, ਉਹਦਾ ਜੋ ਰੇਪ ਕੀਤਾ ਗਿਆ ਉਹਦੇ ਨਾਲ, ਉਸ ਤੋਂ ਬਾਅਦ ਉਹਦੀ ਰੀੜ੍ਹ ਦੀ ਹੱਡੀ ਤੋੜ ਦਿੱਤੀ ਗਈ। ਇਹਦੇ ਬਾਰੇ ਤੁਹਾਡਾ ਕੀ ਕਹਿਣਾ? ਪਹਿਲਾਂ ਤਾਂ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਜਿਹੜੇ ਵੀ ਸਾਥੀ ਇਸ ਇੰਟਰਵਿਊ ਨੂੰ ਦੇਖ ਰਹੇ ਆ ਜੀ, ਉਹਨਾਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਔਰ ਦੂਸਰੀ ਗੱਲ ਕਿ ਜਿਹੜਾ ਅੱਜ ਦਾ ਵਿਸ਼ਾ ਆ, ਪ੍ਰਾਈਮ ਮਿਨਿਸਟਰ ਆਫ ਇੰਡੀਆ ਨੇ ਇੱਕ ਸੰਦੇਸ਼ ਦਿੱਤਾ ਸੀ ਜੀ ਕਿ ਬੇਟੀ ਪੜ੍ਹਾਓ ਬੇਟੀ ਲਿਖਾਓ ਔਰ ਬੇਟੀ ਨੂੰ ਸਨਮਾਨ ਵੀ ਦਿਵਾਓ। ਕਿਉਂਕਿ ਜਿਹੜਾ ਬੇਟੀ ਪੜ੍ਹਾਓ ਬੇਟੀ ਨੂੰ ਅੱਗੇ ਲਿਜਾ ਕੇ ਪੜ੍ਹਾਉਣ ਤੋਂ ਬਾਅਦ ਉਹਦਾ ਸਮਾਜ ਦੇ ਅੰਦਰ ਜਿਹੜਾ ਸਨਮਾਨ ਹੋਣਾ ਚਾਹੀਦਾ, ਉਹ ਸਨਮਾਨ ਦੀ ਬਜਾਏ ਜਦੋਂ ਦੀ BJP ਦੀ ਸਰਕਾਰ ਬਣੇ ਨੂੰ ਅੱਜ 6 ਸਾਲ ਹੋ ਗਏ ਆ। 6 ਸਾਲਾਂ ਜਿੱਥੇ ਵੀ BJP ਦੀਆਂ ਗੌਰਮੈਂਟਾਂ ਬਣੀਆਂ ਉੱਥੇ ਹਿੰਦੂਇਜ਼ਮ ਉੱਥੇ ਇੰਨਾ ਉੱਭਰਿਆ ਕਿ ਹਿੰਦੂਇਜ਼ਮ ਦੇ ਕਾਰਨ ਜਿਹੜੇ ਅੱਪਰ ਕਾਸਟਾਂ ਦੇ ਲੋਕ ਆ, ਉਹ ਜਿਹੜੇ ਹੈਂਡ ਟੂ ਮਾਊਥ ਡਾਊਨ ਟ੍ਰੋਡਨ ਬੱਚੇ ਆ, ਜਿਹੜੇ ਲੋਕ ਆ, ਇਨਸਾਨ ਆ,
ਉਹਨਾਂ ਦੇ ਨਾਲ ਜ਼ੁਲਮ ਔਰ ਜਾਤੀ ਦੀ ਤਸ਼ੱਦਦ ਦੀ ਇੰਤਹਾ ਹੋ ਚੁੱਕੀ ਹੈ। ਤੁਸੀਂ ਜਿੰਨੀਆਂ ਵੀ ਅੱਜ ਤੱਕ ਘਟਨਾਵਾਂ ਦੇਖੀਆਂ ਲੜਕੀਆਂ ਦੇ ਨਾਲ, ਜੀ ਉਹਦੇ ਵਿੱਚ ਜਿਹੜੀ ਇਹ ਮਨੀਸ਼ਾ ਬਾਲਮੀਕੀ ਦੀ ਇਹ ਘਟਨਾ ਆ, ਗੈਂਗ ਰੇਪ ਕਿਸੇ ਦੇ ਨਾਲ ਵੀ ਹੋਵੇ ਉਹ ਬਹੁਤ ਮਾੜਾ, ਮਗਰ ਇਸ ਬੱਚੀ ਦੇ ਨਾਲ ਗੈਂਗ ਰੇਪ ਵੀ ਹੋਇਆ। 4 ਮੁੰਡਿਆਂ ਨੇ ਉਹਨਾਂ ਬਲਾਤਕਾਰ ਵੀ ਕੀਤਾ, ਉਹਦੀ ਰੀੜ੍ਹ ਦੀ ਹੱਡੀ ਵੀ ਤੋੜ ਦਿੱਤੀ ਔਰ ਉਹਨੂੰ ਇੰਨਾ ਕੁੱਟਿਆ ਮਾਰਿਆ ਵੀ ਗਿਆ ਕਿ ਉਹਦੀ ਜੀਭ ਵੀ ਵੱਢ ਦਿੱਤੀ ਕਿ ਇਹ ਆਪਣੇ ਮੂੰਹ ਦੇ ਵਿੱਚੋਂ ਕੋਈ ਵੀ ਇੱਕ ਲਫ਼ਜ਼ ਜਿਹੜਾ ਉਹ ਪੁਲਿਸ ਐਡਮਿਨਿਸਟ੍ਰੇਸ਼ਨ ਨੂੰ ਬੋਲ ਨਾ ਸਕੇ। ਮਰਨ ਤੋਂ ਪਹਿਲਾਂ ਉਹਨੇ ਸਟੇਟਮੈਂਟ ਵੀ ਦਿੱਤੀ, ਉਸ ਸਟੇਟਮੈਂਟ ਦੇ ਉੱਤੇ ਕੋਈ ਕਾਰਵਾਈ ਨਹੀਂ ਹੋਈ ਔਰ ਯੋਗੀ ਆਦਿੱਤਿਆਨਾਥ ਦੇ ਇਹ ਕਾਰਜਕਾਲ ਦੇ ਦੌਰਾਨ ਆ ਜਿਹੜਾ ਹੁਣ ਇਸ ਵੇਲੇ ਵਰਤਮਾਨ ਸਮੇਂ 'ਚ ਉਹ ਸਰਕਾਰ ਯੂਪੀ ਦੀ ਚੱਲ ਰਹੀ ਹੈ ਔਰ ਹਾਲੇ ਇਹ ਮਸਲਾ ਠੰਡਾ ਨਹੀਂ ਹੋਇਆ ਜੀ। ਇੱਕ ਅੱਜ ਬਲਰਾਮਪੁਰ ਇਲਾਕੇ ਦੀ ਜਿਹੜੀ ਘਟਨਾ, ਇੱਕ ਦਲਿਤ ਛਾਤਰਾ ਜਿਹੜੀ ਲੜਕੀ ਸਟੂਡੈਂਟ ਸੀਗੀ ਉਹਨੂੰ ਚੱਕ ਕੇ ਲੈ ਗਏ, ਲਿਜਾ ਕੇ ਬਲਾਤਕਾਰ ਕੀਤਾ, ਉਸ ਤੋਂ ਬਾਅਦ ਉਹਦੇ ਪੈਰ ਤੋੜ ਦਿੱਤੇ ਗਏ ਔਰ ਹੌਸਪੀਟਲ ਜਾਂਦਿਆਂ ਉਹਦੀ ਵੀ ਜਿਹੜੀ ਡੈਥ ਆ ਉਹ ਹੋ ਗਈ। ਇਹ ਜਿਹੜੀਆਂ ਘਟਨਾਵਾਂ ਜਾਂ ਇਸ ਤੋਂ ਪਹਿਲਾਂ ਜਿੰਨੀਆਂ ਵੀ ਨਿਰਭਇਆ ਕਾਂਡ ਤੁਸੀਂ ਦੇਖਿਆ ਜਾਂ ਅੰਜਲੀ ਕਾਂਡ ਦੇਖਿਆ ਜਾਂ ਲਖੀਮਪੁਰ ਖੀਰੀ ਦੇ ਵਿੱਚ ਵੀ ਇੱਕ ਲੜਕੀ 13 ਸਾਲ ਦੀ ਸੀ ਜਿਹਦੇ ਨਾਲ ਬਲਾਤਕਾਰ ਹੋਇਆ, ਇਹ ਜਿੰਨੀਆਂ ਘਟਨਾਵਾਂ ਇਹਦੀ ਜਿੰਨੀ ਨਿੰਦਾ ਕਰ ਲਈ ਉਨੀ ਥੋੜ੍ਹੀ ਆ। ਹੋਣਾ ਇਹ ਚਾਹੀਦਾ ਕਿ ਪ੍ਰਾਈਮ ਮਿਨਿਸਟਰ ਆਫ ਇੰਡੀਆ ਜਿਹੜਾ ਨਰਿੰਦਰ ਮੋਦੀ ਆ ਉਹਨੂੰ ਹੋਰ ਸਾਰੀਆਂ ਗੱਲਾਂ ਦੀ ਪਰਵਾਹ ਆ, ਜਾਂ ਜਿੰਨੀਆਂ ਵੀ ਪੋਲੀਟੀਕਲ ਪਾਰਟੀਆਂ ਉਹਨਾਂ ਨੂੰ ਸਾਰੀਆਂ ਚੀਜ਼ਾਂ ਦੀ ਪਰਵਾਹ ਆ, ਮਗਰ ਇਹ ਲੜਕੀਆਂ ਦੇ ਕਿਰਦਾਰ ਨੂੰ ਲੈ ਕੇ, ਲੜਕੀਆਂ ਦੀ ਇੱਜ਼ਤ ਨੂੰ ਲੈ ਕੇ, ਲੜਕੀਆਂ ਦੇ ਸਟੇਟਸ ਨੂੰ ਲੈ ਕੇ, ਲੜਕੀਆਂ ਦੀ ਐਜੂਕੇਸ਼ਨ ਨੂੰ ਲੈ ਕੇ ਇਹ ਲੋਕ ਵਚਨਬੱਧ ਨਹੀਂ। ਅਗਰ ਆਪਾਂ ਗੱਲ ਕਰੀਏ ਗੁਰਾਂ ਸਾਹਿਬ, ਬੇਟੀ ਪੜਾਓ ਬੇਟੀ ਬਚਾਓ ਇੱਕ ਨਾਰਾ ਦੇਣਾ ਬਹੁਤ ਸੌਖੀ ਗੱਲ ਆ, ਜਿੱਦਾਂ ਤੁਸੀਂ ਵੀ ਕਹਿ ਕੇ ਹਟੇ ਕਿ ਵਚਨਬੱਧ ਨਹੀਂ ਹੈ ਬੇਟੀਆਂ ਦੀ ਸੁਰੱਖਿਆ ਲਈ। ਇੱਕ ਰਾਜਨੀਤੀ ਕਿਉਂ ਕੀਤੀ ਜਾ ਰਹੀ ਹੈ ਬੱਚਿਆਂ ਦੇ ਉੱਤੇ? ਇੰਨੀ ਜ਼ਿਆਦਾ ਜੋ ਬੱਚਿਆਂ ਨਾਲ ਅੱਜ ਦੇ ਟਾਈਮ ਦੇ ਵਿੱਚ ਬਲਾਤਕਾਰ ਹੁੰਦੇ ਆ ਔਰ ਮੁੱਦੇ ਇੱਕ ਨੈਸ਼ਨਲ ਲੈਵਲ ਇੰਟਰਨੈਸ਼ਨਲ ਲੈਵਲ ਤੱਕ ਪਹੁੰਚਦੇ ਆ, ਪਰ ਸਿੱਟਾ ਕੀ ਨਿਕਲਦਾ? ਲੋਕ ਇਨਸਾਫ ਹੀ ਨਹੀਂ ਮਿਲਦਾ। ਜਦ ਤੱਕ ਇਨਸਾਫ ਮਿਲਣਾ ਹੁੰਦਾ ਤਦ ਤੱਕ ਤਾਂ ਲੋਕਾਂ ਦੇ ਹੰਝੂ ਵੀ ਮੁੱਕ ਜਾਂਦੇ ਆ। ਇੱਦਾਂ ਕਿਉਂ? ਇਹ ਸਾਡੀਆਂ ਸਰਕਾਰਾਂ ਔਰ ਸਾਡੀ ਜੁਡੀਸ਼ਰੀ, ਇਹ ਸਾਡੀ ਜੁਡੀਸ਼ਰੀ ਦਾ ਬਹੁਤ ਵੱਡਾ ਇੱਕ ਰੋਲ ਆ ਕਿ ਇਸ ਰੋਲ ਦੀ ਮੈਂ ਨਿਖੇਧੀ ਕਰਦਾ। ਹੋਣਾ ਇਹ ਚਾਹੀਦਾ ਕਿ ਜਿਹੜੇ ਬੰਦੇ ਇੱਕ ਵਾਰ ਨੋਮੀਨੇਟ ਹੋ ਗਏ ਵੀ ਇਹਨਾਂ ਬੰਦਿਆਂ ਨੇ ਆਹ ਕੰਮ ਕੀਤਾ, ਇਸ ਘਟਨਾ ਨੂੰ ਇਹ ਅੰਜਾਮ ਦਿੱਤਾ, ਅੱਜ ਛੋਟੀਆਂ ਬੱਚੀਆਂ ਦੇ ਨਾਲ ਜਿਹੜੇ ਬਲਾਤਕਾਰ ਹੋ ਰਹੇ ਉਹ ਦੋਸ਼ੀ 5-7 ਸਾਲ ਕੇਸ ਚੱਲਣ ਤੋਂ ਬਾਅਦ ਬਰੀ ਹੋ ਜਾਂਦੇ। ਜਦੋਂ ਬਰੀ ਹੋ ਜਾਂਦੇ ਮੁੜ ਕੇ ਉਹ ਲੋਕ ਫਿਰ ਉਹੀ ਕੰਮ ਕਰਦੇ। ਹੋਣਾ ਇਹ ਚਾਹੀਦਾ ਕਿ ਐਟ ਦੀ ਸਪੌਟ ਪੁਲਿਸ ਆਪਣੀ ਰਿਪੋਰਟ ਤਿਆਰ ਕਰੇ, ਰਿਪੋਰਟ ਤਿਆਰ ਕਰਕੇ ਅਗਰ ਉਹ ਦੋਸ਼ੀ ਨਾਮਜ਼ਦ ਹੋ ਜਾਂਦੇ ਆ ਤਾਂ ਉਹਨਾਂ ਨੂੰ ਕਿਸੇ ਕੋਰਟ ਕਚਹਿਰੀ 'ਚ ਨਹੀਂ ਲਿਜਾਣਾ ਚਾਹੀਦਾ, ਲੋਕਾਂ ਦੀ ਕਚਹਿਰੀ ਦੇ ਵਿੱਚ ਲਿਜਾ ਕੇ ਉਹਨੂੰ ਟੰਗ ਦੇਣਾ ਚਾਹੀਦਾ, ਉਹਦੇ ਥੱਲੇ ਫਿਰ ਅੱਗ ਬਾਲ ਦੇਣੀ ਚਾਹੀਦੀ, ਤਾਂ ਜੋ ਕਿ ਬਾਕੀ ਜਿਹੜੇ ਵੀ ਲੋਕ ਆ ਉਹ ਵੀ ਇਸ ਘਟਨਾ ਨੂੰ ਦੇਖ ਕੇ, ਇਸ ਸਜ਼ਾ ਨੂੰ ਦੇਖ ਕੇ ਅੱਗੇ ਤੋਂ ਫਿਰ ਦੂਸਰੀ ਲੜਕੀ ਨੂੰ ਉਂਗਲ ਨਹੀਂ ਲਾਉਣ ਦੀ ਉਹ ਕੋਸ਼ਿਸ਼ ਕਰਨਗੇ। ਬਦਕਿਸਮਤੀ ਕੀ ਆ ਕਿ ਭਾਰਤ ਦੇ ਅੰਦਰ ਜਿੰਨੀਆਂ ਵੀ ਸਰਕਾਰਾਂ ਬਣਦੀਆਂ ਉਹ ਤਕਰੀਬਨ ਆਪੋ ਆਪਣੇ ਤਰੀਕੇ ਦੇ ਨਾਲ ਜਿੰਨੇ ਵੀ ਗੈਂਗ ਰੇਪ ਹੋਏ ਅੱਜ ਤੱਕ, ਮੈਂ ਜੋ ਆਪਣਾ ਆਬਜ਼ਰਵ ਕਰਦਾ ਉਹਦੇ ਵਿੱਚ ਮੈਂ ਇਹ ਦੇਖਿਆ ਕਿ ਗੈਂਗ ਰੇਪ ਹੋ ਗਿਆ, ਗੈਂਗ ਰੇਪ ਹੋਣ ਤੋਂ ਬਾਅਦ ਉਸ ਤੋਂ ਬਾਅਦ ਸਰਕਾਰਾਂ ਟਿਲ ਤੱਕ ਜ਼ੋਰ ਲਾਉਂਦੀਆਂ ਕਿਉਂਕਿ ਉਹ ਕਿਸੇ ਨਾ ਕਿਸੇ ਮੰਤਰੀ ਮਿਨਿਸਟਰ ਜਾਂ ਕਿਸੇ ਵੱਡੇ ਅਹੁਦੇਦਾਰ ਦੇ ਨਾਲ ਉਹ ਰਿਲੇਟਡ ਹੁੰਦੇ। ਹੁਣ ਇਹ ਜਿਹੜੇ ਮਨੀਸ਼ਾ ਬਾਲਮੀਕੀ ਲੜਕੀ ਸੀ, ਇਹਦੇ ਨਾਲ ਜਿਹੜੇ 4 ਨੌਜਵਾਨਾਂ ਨੇ ਗੈਂਗ ਰੇਪ ਕੀਤਾ, ਉਹ 4 ਦੇ 4 ਹੀ ਜਿਹੜੇ ਸੀ ਉਹ ਠਾਕਰ ਕਮਿਊਨਿਟੀ ਨੂੰ ਬਿਲੋਂਗ ਕਰਦੇ, ਭਾਵ ਅਪਰ ਕਾਸਟ ਨੂੰ ਬਿਲੋਂਗ ਕਰਦੇ। ਔਰ ਉਹ ਯੂਪੀ ਦੇ ਵਿੱਚ ਜਿਹੜਾ ਯੋਗੀ ਆਦਿੱਤਿਆਨਾਥ ਆ ਉਹਨੇ ਇੱਕ ਸਟੇਟਮੈਂਟ ਦਿੱਤੀ ਸੀ, ਤੁਹਾਨੂੰ ਯਾਦ ਹੋਊਗਾ ਕਿ ਉਹ ਸਟੇਟਮੈਂਟ ਵਿੱਚ ਉਹਨੇ ਕਿਹਾ ਸੀ ਕਿ ਮੁਸਲਮਾਨਾਂ ਦੀਆਂ ਜਿਹੜੀਆਂ ਲੜਕੀਆਂ ਬਹੂ ਬੇਟੀਆਂ ਜਿਹੜੀਆਂ ਦੁਨੀਆ ਨੂੰ ਅਲਵਿਦਾ ਕਹਿ ਕੇ ਚਲੇ ਗਈਆਂ ਔਰ ਉਹਨਾਂ ਨੂੰ ਸਪੁਰਦੇ ਖਾਕ ਕਰ ਦਿੱਤਾ ਔਰ ਉਹਨਾਂ ਨੂੰ ਕਬਰਾਂ ਵਿੱਚੋਂ ਕੱਢ ਕੇ ਉਹਨਾਂ ਦੇ ਨਾਲ ਬਲਾਤਕਾਰ ਕੀਤਾ ਜਾਣਾ ਚਾਹੀਦਾ। ਜੇ ਸਟੇਟ ਦਾ ਮੁੱਖ ਮੰਤਰੀ ਇਹੋ ਜਿਹੇ ਬੇਹੁਦਾ ਸਟੇਟਮੈਂਟਾਂ ਦਿੰਦਾ ਤਾਂ ਉੱਥੋਂ ਦੀ ਪਰਜਾ ਵੀ ਤਾਂ ਉਹੋ ਜਿਹੀ ਹੋਣੀ ਆ।
ਜੇ ਉਸ ਬੰਦੇ ਦੇ ਅੰਦਰ ਮਾੜੀ ਮੋਟੀ ਦਿਆਨਤਦਾਰੀ ਹੋਵੇ, ਇਨਸਾਨੀਅਤ ਹੋਵੇ, ਔਰ ਪਹਿਲਾਂ ਤਾਂ ਪ੍ਰਾਈਮ ਮਿਨਿਸਟਰ ਨੂੰ ਚਾਹੀਦਾ ਕਿ ਇਹੋ ਜਿਹਾ ਜਾਣੀ ਨਖਿੱਧ ਜਿਹੜਾ ਮੁੱਖ ਮੰਤਰੀ ਆ ਉਹਨੂੰ ਡਿਸਕੁਆਲੀਫਾਈ ਕਰ ਦੇਣਾ ਚਾਹੀਦਾ ਕਿ ਤੂੰ ਘਰ ਬੈਠ, ਤੂੰ ਇਹਦੇ ਕਾਬਲ ਨਹੀਂ, ਇਸ ਸੀਟ ਦੇ ਕਾਬਲ ਨਹੀਂ। ਅੱਜ ਪੁਲਿਸ ਐਡਮਿਨਿਸਟ੍ਰੇਸ਼ਨ ਬੇਲਗਾਮ ਹੋਈ ਆ, ਸਿਵਲ ਐਡਮਿਨਿਸਟ੍ਰੇਸ਼ਨ ਬੇਲਗਾਮ ਹੋਈ ਆ, ਉੱਥੇ ਕੋਈ ਪ੍ਰੋਪਰ ਵੇ ਨਾਲ ਡਿਵੈਲਪਮੈਂਟ ਦਾ ਕੰਮ ਕੋਈ ਨਹੀਂ ਚੱਲਦਾ, ਸਮਾਜ ਦੀ ਭਲਾਈ ਦਾ ਕੰਮ ਕੋਈ ਨਹੀਂ ਚੱਲਦਾ, ਮਗਰ ਜ਼ੁਲਮ ਔਰ ਜ਼ਿਆਦਤੀ ਇੰਨੀ ਵੱਧ ਚੁੱਕੀ ਆ ਕਿ ਸ਼ਰੇਆਮ ਲੜਕੀਆਂ ਨੂੰ ਚੱਕ ਕੇ ਲੈ ਜਾਂਦੇ ਆ ਔਰ ਪੁਲਿਸ ਫਿਰ ਉਹਨਾਂ ਨੂੰ ਬਚਾਉਣ ਦਾ ਕੰਮ ਕਰਦੀ। ਉਹਦਾ ਸਿੱਟਾ ਕੀ ਨਿਕਲਿਆ ਕਿ ਇਹ ਜਿਹੜੀ ਮਨੀਸ਼ਾ ਬਾਲਮੀਕੀ ਲੜਕੀ ਸੀ ਵਿਚਾਰੀ, ਇਹਨੂੰ ਰਾਤ ਨੂੰ ਉਹਦਾ ਸੰਸਕਾਰ ਕੀਤਾ ਗਿਆ, ਜਦ ਕਿ ਹਿੰਦੂ ਰੀਤੀ ਰਿਵਾਜਾਂ ਦੇ ਵਿੱਚ ਰਾਤ ਨੂੰ ਸੰਸਕਾਰ ਨਹੀਂ ਕੀਤਾ ਜਾਂਦਾ, ਦਿਨੇ ਕੀਤਾ ਜਾਂਦਾ। ਸਵਾਲ ਇੱਕ ਇਹ ਵੀ ਆ ਕਿ ਉਸ ਦੇ ਸੰਸਕਾਰ ਦੇ ਵਿੱਚ ਉਹਦੇ ਪਰਿਵਾਰਕ ਮੈਂਬਰ ਸ਼ਾਮਲ ਨਹੀਂ ਸੀਗੇ, ਔਰ ਇਦਾਂ ਦੀ ਕੀ ਨੌਬਤ ਸੀਗੀ ਕਿ ਪੁਲਿਸ ਨੂੰ ਇੱਕ ਕਰਫਿਊ ਟਾਈਪ ਉਹਦਾ ਸੰਸਕਾਰ ਕਰਨ ਦੀ ਜ਼ਰੂਰਤ ਪਈ। ਜੋ ਮੈਂ ਆਪ ਸਮਝ ਰਿਹਾ ਉਹ ਮੈਂ ਇਹ ਸਮਝਦਾ ਕਿ ਉਹਨਾਂ ਨੂੰ ਲੋੜ ਇਸ ਕਰਕੇ ਪਈ ਕਿ ਅਗਰ ਦੋਸ਼ੀਆਂ ਨੂੰ ਬਚਾਉਣਾ ਆ, ਜੇ ਦਿਨੇ ਸੰਸਕਾਰ ਕਰਨਗੇ ਤਾਂ ਲੋਕ ਕੁਐਸਚਨ ਉਠਾਉਣਗੇ। ਉਹਨਾਂ ਨੇ ਕਹਿ ਰਹੇ ਆ ਕਿ ਉਹਦਾ ਅਸੀਂ ਪੋਸਟਮਾਰਟਮ ਕੀਤਾ, ਮਗਰ ਮੈਂ ਨਹੀਂ ਸਮਝਦਾ ਕਿ ਉਸ ਲੜਕੀ ਦਾ ਪੋਸਟਮਾਰਟਮ ਹੋਇਆ ਹੋਊਗਾ। ਅਗਰ ਪੋਸਟਮਾਰਟਮ ਨਹੀਂ ਆਇਆ ਤਾਂ ਕੱਲ੍ਹ ਨੂੰ ਰਿਪੋਰਟ ਵੀ ਉੱਦਾਂ ਦੀ ਆਊਗੀ, ਰਿਪੋਰਟ ਆਊਗੀ ਨੈਗੇਟਿਵ ਆਊਗੀ ਤਾਂ ਫਿਰ ਆਟੋਮੈਟਿਕਲੀ ਉਹ ਜਿਹੜੇ ਦੋਸ਼ੀ ਆ ਉਹ ਸਜ਼ਾ ਮੁਕਤ ਹੋ ਜਾਣਗੇ, ਉਹਨਾਂ ਨੂੰ ਸਜ਼ਾ ਨਹੀਂ ਮਿਲੂਗੀ। ਹਾਲਾਂਕਿ ਲਾਸਟ ਟਾਈਮ ਇੱਕ ਜਦੋਂ ਨਿਰਭਇਆ ਕਾਂਡ ਹੋਇਆ ਸੀ ਉਦੋਂ ਕਿਸੇ ਵੀ ਵਕੀਲ ਨੇ ਕੇਸ ਨਹੀਂ ਸੀ ਲੜਿਆ, ਇੱਕ ਲੜਕੀ ਸੀ ਉਹਨੇ ਕੇਸ ਲੜਿਆ ਸੀ ਔਰ ਉਹਨੂੰ ਬੜੀਆਂ ਧਮਕੀਆਂ ਮਿਲੀਆਂ। ਅੱਜ ਮੈਨੂੰ ਬੜੀ ਖੁਸ਼ੀ ਹੋਈ ਕਿ ਉਸੇ ਲੜਕੀ ਨੇ ਕਿਹਾ ਕਿ ਇਸ ਲੜਕੀ ਦਾ ਕੇਸ ਬਗੈਰ ਪੈਸੇ ਤੋਂ, ਬਗੈਰ ਕਿਸੇ ਟਰਮ ਐਂਡ ਕੰਡੀਸ਼ਨ ਤੋਂ ਮੈਂ ਲੜੂੰਗੀ ਔਰ ਦੋਸ਼ੀਆਂ ਨੂੰ ਮੈਂ ਫਾਂਸੀ ਦੇ ਤਖਤੇ ਤੱਕ ਲੈ ਜਾਊਂਗੀ। ਮੈਂ ਕਹਿੰਦਾ ਕਿ ਇਹੋ ਜਿਹੇ ਦੋਸ਼ੀ ਜਿਹੜੇ ਉਹਨਾਂ ਨੂੰ ਫਾਂਸੀ ਦੇ ਤਖਤੇ 'ਤੇ ਲਿਜਾ ਕੇ ਅਗਰ ਤੁਸੀਂ ਕਹਿੰਦੇ ਸਜ਼ਾ ਮਿਲਣੀ ਚਾਹੀਦੀ ਹੈ ਤਾਂ ਉਹ ਸਜ਼ਾ ਕਾਫੀ ਨਹੀਂ। ਉਹ ਇਹੋ ਜਿਹੇ ਬੰਦਿਆਂ ਨੂੰ ਤਾਂ ਵਿੱਚ ਚੁਰਾਹੇ ਦੇ ਲਿਜਾ ਕੇ ਦੋ ਆਲੇ ਦੁਆਲੇ ਟਰੈਕਟਰ ਖੜੇ ਕਰਕੇ ਲੱਤਾਂ ਬੰਨ੍ਹ ਕੇ ਗੱਭਿਓਂ ਪਾੜ ਦੇਣਾ ਚਾਹੀਦਾ। ਇਹਨਾਂ ਕੇਸਾਂ ਦੇ ਵਿੱਚ ਇਹੋ ਜਿਹੇ ਦੋਸ਼ੀਆਂ ਦੀ ਕੋਈ ਸੁਣਵਾਈ ਜਿਹੜੀ ਥਰੂ ਆਊਟ ਇੰਡੀਆ ਕਿਸੇ ਵੀ ਕੋਰਟ 'ਚ ਨਹੀਂ ਹੋਣੀ ਚਾਹੀਦੀ। ਇਹਦਾ ਸੰਸਕਾਰ ਕਰਨ ਦੇ ਪਿੱਛੇ ਕੀ ਸਾਜ਼ਿਸ਼ਾਂ ਕੀ ਹੋ ਸਕਦੀਆਂ? ਸੰਸਕਾਰ ਕਰਨ ਦਾ ਮਕਸਦ ਇੱਕੋ ਹੀ ਆ ਕਿ ਅਗਰ ਉਹ ਰਾਤ ਦੇ ਹਨੇਰੇ ਦੇ ਵਿੱਚ ਉਹਨਾਂ ਨੇ ਸੰਸਕਾਰ ਕੀਤਾ ਵਿਦ ਪੁਲਿਸ ਐਡਮਿਨਿਸਟ੍ਰੇਸ਼ਨ ਦੀ ਹਾਜ਼ਰੀ ਵਿੱਚ, ਸਿਵਲ ਐਡਮਿਨਿਸਟ੍ਰੇਸ਼ਨ ਦੀ ਹਾਜ਼ਰੀ 'ਚ, ਘਰਦਿਆਂ ਨੂੰ ਉੱਥੇ ਲਾਗੇ ਨਹੀਂ ਜਾਣ ਦਿੱਤਾ ਤਾਂ ਜੋ ਕਿ ਜਿਹੜੇ ਸਾਰੇ ਰਾਜ ਸੀ ਉਹ ਦਫਨ ਕੀਤੇ ਜਾਣ। ਹੁਣ ਰਾਤ ਨੂੰ ਜਦੋਂ ਉਹਦਾ ਸੰਸਕਾਰ ਹੀ ਕਰ ਦਿੱਤਾ ਤਾਂ ਫਿਰ ਉਹਦੇ ਰਾਜ ਵੀ ਉਸ ਚਿਖਾ ਦੇ ਵਿੱਚ ਸਾਰੇ ਜਿਹੜੇ ਆ ਉਹ ਸੜ ਕੇ ਸੁਆਹ ਹੋ ਗਏ। ਹੁਣ ਅੱਜ ਦੀ ਡੇਟ ਵਿੱਚ ਜੇ ਤੁਸੀਂ ਕਹੋ ਤਾਂ ਮੈਂ ਨਹੀਂ ਸਮਝਦਾ ਕਿ ਜਿੰਨਾ ਮੀਡੀਆ ਦੇ ਵਿੱਚ ਰੌਲਾ ਪੈ ਰਿਹਾ ਇਸ ਲੜਕੀ ਦੀ ਰੇਪ ਨੂੰ ਲੈ ਕੇ, ਅਤੇ ਜਾਂ ਫਿਰ ਇੱਕ ਨਵਾਂ ਜਿਹੜਾ ਕੇਸ ਬਲਰਾਮਪੁਰ ਦਾ ਆਇਆ, ਉੱਥੇ ਉਹ ਲੜਕੀ ਜਿਹੜੀ ਸਕੂਲ ਜਾ ਰਹੀ ਸੀ ਉਹਨੂੰ ਚੱਕ ਕੇ ਲੈ ਗਿਆ ਅਤੇ ਉਹਦੇ ਲੱਤਾਂ ਤੋੜਤੀਆਂ, ਗਿੱਟੇ ਤੋੜ ਦਿੱਤੇ ਅਤੇ ਉਸ ਤੋਂ ਬਾਅਦ ਉਹਨਾਂ ਨਾਲ ਬਲਾਤਕਾਰ ਕਰਕੇ ਉਹਨੂੰ ਮਾਰ ਦਿੱਤਾ ਗਿਆ। ਔਰ ਇਹ ਇੱਕ ਜਾਂ ਦੋ ਘਟਨਾਵਾਂ ਨਹੀਂ, ਆਲ ਓਵਰ ਇੰਡੀਆ ਦੇ ਵਿੱਚ ਪਤਾ ਨਹੀਂ ਰੋਜ਼ ਕਿੰਨੀਆਂ ਘਟਨਾਵਾਂ ਵਾਪਰਦੀਆਂ, ਮਗਰ ਦੋਸ਼ੀ ਜਿਹੜੇ ਆ ਉਹ ਸ਼ਰੇਆਮ ਫਿਰਦੇ ਆ। ਇਸ ਕੇਸ ਦੇ ਵਿੱਚ ਮੈਂ ਇਹੀ ਸਮਝਦਾ ਕਿ ਜਿਹੜੇ ਲੋਕ ਤਾਂ ਪੋਲੀਟਿਕਸ ਕਰਦੇ ਉਹਨਾਂ ਲਈ ਬਹੁਤ ਮਾੜੀ ਗੱਲ ਆ, ਕਿਉਂਕਿ ਅਗਰ ਇਹੀ ਲੜਕੀ ਕਿਸੇ ਮੰਤਰੀ, MLA, MP ਦੀ ਹੁੰਦੀ, ਇਹੀ ਲੜਕੀ ਜੋਗੀ ਆਦਿੱਤਿਆ ਨਾਥ ਦੀ ਸਕੀ ਭੈਣ ਹੁੰਦੀ, ਇਹੀ ਲੜਕੀ ਕਿਸੇ ਮੰਤਰੀ, ਡਿਪਟੀ CM ਜਾਂ ਕਿਸੇ ਕੈਬਨਿਟ ਮਿਨਿਸਟਰ ਦੀ ਆਪਣੀ ਲੜਕੀ ਹੁੰਦੀ ਤਾਂ ਕੀ ਉਹ ਵੀ ਰਾਤ ਨੂੰ ਇੱਦਾਂ ਹੀ ਜਾ ਕੇ ਉੱਥੇ ਸੰਸਕਾਰ ਐਡਮਿਨਿਸਟ੍ਰੇਸ਼ਨ ਕਰ ਦਿੰਦਾ? ਅਗਰ ਉਹ ਆਪਣੀਆਂ ਧੀਆਂ ਭੈਣਾਂ ਨੂੰ ਇਹ ਸਮਝਦੇ ਕਿ ਉਹ ਸੁਰੱਖਿਅਤ ਆ, ਅਗਰ ਅੱਜ ਜਿੰਨਾ ਕ੍ਰਾਈਮ UP ਦੇ ਵਿੱਚ ਵਧਿਆ, ਅਗਰ ਉਸ ਕ੍ਰਾਈਮ ਦੀ ਬਦੌਲਤ ਅੱਜ ਲੜਕੀਆਂ ਨੂੰ ਸ਼ਰੇਆਮ ਚੱਕ ਕੇ ਲਿਜਾਇਆ ਜਾ ਰਿਹਾ ਤਾਂ ਫਿਰ ਉੱਥੇ ਦੇ ਮੰਤਰੀ, ਮਿਨਿਸਟਰ, ਮੈਂਬਰ ਪਾਰਲੀਮੈਂਟ, MLA ਇਹ ਮਤ ਸੋਚਣ ਕਿ ਜਿਹੜੇ ਹਬਸ਼ੀ ਹੁੰਦੇ ਆ ਉਹ ਉਹਨਾਂ ਦੀਆਂ ਧੀਆਂ ਭੈਣਾਂ ਨੂੰ ਸ਼ਿਕਾਰ ਨਹੀਂ ਬਣਾਉਣਗੇ, ਉਹਨਾਂ ਨੂੰ ਵੀ ਚੱਕ ਕੇ ਲਿਜਾ ਸਕਦੇ ਆ, ਉਹਨਾਂ ਦੇ ਨਾਲ ਵੀ ਗੈਂਗ ਰੇਪ ਹੋ ਸਕਦੇ ਆ। ਮੈਂ ਧੀਆਂ ਦਾ ਔਰ ਕੋਈ ਵੀ ਹੈ, ਚਾਹੇ ਮਿਨਿਸਟਰ ਦੀ ਬੇਟੀ ਆ, ਚਾਹੇ ਇੱਕ ਭਿਖਾਰੀ ਦੀ ਬੇਟੀ ਆ, ਮੇਰੇ ਲਈ ਤਾਂ ਦੋਨੇ ਬਰਾਬਰ ਆ। ਬੇਟੀ ਤਾਂ ਬੇਟੀ ਆ, ਬੇਟੀ ਇੱਕ ਸਮਾਨ ਆ। ਇਸ ਕਰਕੇ ਜੋ ਇਹ ਹੋਇਆ ਇਹ ਉੱਥੋਂ ਦੀਆਂ ਸਰਕਾਰਾਂ ਨੂੰ, ਮਿਨਿਸਟਰਸ ਨੂੰ, ਮੈਂਬਰ ਪਾਰਲੀਮੈਂਟ ਨੂੰ, ਈਵਨ ਦਾ ਪ੍ਰਾਈਮ ਮਿਨਿਸਟਰ ਆਫ ਇੰਡੀਆ ਨਰਿੰਦਰ ਮੋਦੀ ਵੀ ਬਨਾਰਸ ਸੀਟ ਤੋਂ ਮੈਂਬਰ ਪਾਰਲੀਮੈਂਟ ਆ, ਔਰ ਉਹਨਾਂ ਨੂੰ ਵੀ ਇਹ ਸੋਚਣਾ ਚਾਹੀਦਾ ਕਿ UP ਦੇ ਅੰਦਰ ਕਿੰਨਾ ਗੁੰਡਾ ਰਾਜ ਆ,
ਕਿੰਨੇ ਲੋਕ ਜ਼ੁਲਮ ਕਰ ਰਹੇ, ਦਲਿਤਾਂ 'ਤੇ ਕਿੰਨਾ ਜ਼ੁਲਮ ਹੋ ਰਿਹਾ, ਪਿਛੜਿਆਂ 'ਤੇ ਕਿੰਨਾ ਹੋ ਰਿਹਾ। ਔਰ ਜਿਹੜਾ ਬ੍ਰਾਹਮਣਵਾਦ ਆ ਔਰ ਜਿਹੜਾ ਹਿੰਦੂਇਜ਼ਮ ਹੈ, ਜਿਹਨੂੰ ਹਿੰਦੂ ਰਾਸ਼ਟਰ ਬਣਾਉਣਾ ਚਾਹੁੰਦੇ ਆ, ਔਰ ਅਸੀਂ ਕਿਸੇ ਧਰਮ ਦੇ ਖਿਲਾਫ ਨਹੀਂ, ਮਗਰ ਜਿਹੜਾ ਜ਼ੁਲਮ ਔਰ ਜਾਤੀ ਹੋ ਰਹੀ ਆ, ਜਿਹੜੇ ਵਿਚਾਰੇ ਗਰੀਬ ਲਤਾੜੇ ਹੋਏ ਲੋਕ ਆ ਉਹਨਾਂ ਦੇ ਉੱਤੇ, ਬੱਚਿਆਂ ਦੇ ਉੱਤੇ ਹੋ ਰਹੀ, ਤਾਂ ਮੈਂ ਨਹੀਂ ਸਮਝਦਾ ਕਿ ਨਰਿੰਦਰ ਮੋਦੀ ਦਾ ਉਹ ਜਿਹੜਾ ਕਹਿਣਾ ਕਿ ਬੇਟੀ ਪੜ੍ਹਾਓ ਬੇਟੀ ਲਿਖਾਓ, ਉਹਦੇ ਮਾਧਿਅਮ ਤੋਂ ਬੇਟੀਆਂ ਜਿਹੜੀਆਂ ਇਸ ਦੇਸ਼ ਦੇ ਵਿੱਚ ਕੋਈ ਸੁਰੱਖਿਅਤ ਹੈ। ਸਰ ਜੇ ਆਪਾਂ ਗੱਲ ਕਰੀਏ ਤੇ ਇੰਨੇ ਦਿਨਾਂ ਦੇ ਵਿੱਚ 14 ਤਰੀਕ ਤੋਂ ਲੈ ਕੇ ਉਹਨਾਂ ਦਾ ਕੋਈ ਬਿਆਨ ਨਹੀਂ ਆਇਆ, ਔਰ ਕਰੀਬ 16 ਦਿਨ ਬਾਅਦ ਕੱਲ੍ਹ ਉਹਨਾਂ ਦਾ ਇੱਕ ਬਿਆਨ ਆਇਆ ਕਿ ਇਹ ਕਿਉਂ ਰਾਜਨੀਤੀ ਕਿਉਂ ਹੋ ਰਹੀ ਬੱਚਿਆਂ ਦੇ ਉੱਤੇ, ਕਿਉਂਕਿ ਜੇ ਆਪਾਂ ਦੇਖਦੇ ਇੱਕ ਨੈਸ਼ਨਲ ਲੈਵਲ ਦੇ ਉੱਤੇ ਹਰ ਇੱਕ ਮੀਡੀਆ ਦੇ ਉੱਤੇ ਇਹ ਨਿਊਜ਼ ਚੱਲ ਰਹੀ, ਔਰ ਕਈ ਜੋ ਪਹਿਲਾਂ ਵੱਡੇ ਮੀਡੀਆ ਉਹਨਾਂ ਨੇ ਤਾਂ ਦਿਖਾਇਆ ਵੀ ਨਹੀਂ ਵੱਡੇ ਚੈਨਲਾਂ ਵੱਲੋਂ, ਕਿਉਂਕਿ ਜੇ ਆਪਾਂ ਗੱਲ ਕਰਦੇ ਕੰਗਨਾ ਦੇ ਇੱਕ ਉਹ ਸ਼ੈੱਡ ਤੋੜਿਆ ਜਾਂਦਾ, ਉਹ ਤਾਂ ਬਹੁਤ ਹਾਈ ਲੈਵਲ ਦੇ ਉੱਤੇ ਦਿਖਾਇਆ ਜਾਂਦਾ, ਸੁਸ਼ਾਂਤ ਸਿੰਘ ਦਾ ਉਹ ਬਹੁਤ ਹਾਈ ਲੈਵਲ ਦੇ ਉੱਤੇ ਦਿਖਾਇਆ ਜਾ ਰਿਹਾ, ਪਰ ਇਸ ਤਰੀਕੇ ਜੋ ਬੱਚੀਆਂ ਨੂੰ ਇੱਕ ਰੇਪ ਕਰਕੇ ਇੱਕ ਮਰਨ ਦੇ ਕੰਢੇ 'ਤੇ ਛੱਡ ਦਿੱਤਾ ਜਾਂਦਾ, ਔਰ ਤੜਪ ਕੇ ਉਹ ਬੱਚੀਆਂ ਆਪਣੀ ਜਾਨ ਦਿੰਦੀਆਂ, ਉਹਨਾਂ ਨੂੰ ਇੱਕ ਮੀਡੀਆ ਵੀ ਅਣਦੇਖਾ ਕਰਦਾ ਪਿਆ। ਇਹ ਦੂਰ ਰਾਏ ਕਿਉਂ? ਜਿਹੜਾ ਤੁਸੀਂ ਕਿਹਾ ਕਿ ਕੰਗਣਾ ਰਣਾਵਤ ਜਿਹੜੀ ਉਹ ਲੜਕੀ ਉਹ ਹੈਗੀ ਆ ਫਿਲਮ ਐਕਟਰੈਸ ਆ, ਦੀਪਿਕਾ ਪਾਦੂਕੋਣ ਆ ਜਾਂ ਹੋਰ ਫਿਲਮ ਐਕਟਰੈਸ ਹੈਗੀਆਂ ਜਿਹੜੀਆਂ ਅੱਜ ਕੱਲ੍ਹ ਕਿਸੇ ਨਾ ਕਿਸੇ ਨਸ਼ਿਆਂ ਦੇ ਕੇਸ ਵਿੱਚ, ਜਾਂ ਕੰਗਣਾ ਰਣਾਵਤ ਦਾ ਉਹ ਮਹਾਰਾਸ਼ਟਰ ਵਿੱਚ ਉਹ ਘਰ ਜਿਹੜਾ ਉਹ ਤੋੜ ਦਿੱਤਾ ਗਿਆ, ਔਰ ਕੇਂਦਰ ਸਰਕਾਰ ਨੇ ਉਹਨੂੰ Y+ ਸੁਰੱਖਿਆ ਦੇ ਦਿੱਤੀ, ਔਰ ਉਸ ਘੇਰੇ ਦੇ ਵਿੱਚ ਉਹ ਗਈ, ਉੱਥੇ ਜਾ ਕੇ ਪ੍ਰੈਸ ਕਾਨਫਰੰਸ ਵੀ ਕਰਕੇ ਆਈ ਅਤੇ ਜਾ ਕੇ ਦੇਖ ਕੇ ਵੀ ਆਈ। ਇਹ ਜਿਹੜਾ ਦੋ ਬਹਿਰੂਪੀਆਂ ਵਾਲਾ ਜਿਹੜਾ ਡਬਲ ਸਟਾਈਲ ਆ ਸਰਕਾਰ ਦਾ, ਇਹਦੀ ਮੈਂ ਘੋਰ ਨਿੰਦਾ ਕਰਦਾ। ਉਹਦਾ ਰੀਜ਼ਨ ਇਹ ਕਿ ਇੱਕ ਪਾਸੇ ਤਾਂ ਜਿਹੜੇ ਕੰਜਰਖਾਨੇ ਨੂੰ ਬਿਲੋਂਗ ਕਰਦੇ ਆ, ਮੈਂ ਤਾਂ ਸਾਫ਼ ਕਹਿਣਾ ਕਿ ਜਿਹੜੇ ਫਿਲਮ ਐਕਟਰ ਨਹੀਂ ਆ ਜਾਂ ਐਕਟਰ ਆ, ਇਹਨਾਂ ਦਾ ਕੋਈ ਕਿਰਦਾਰ ਨਹੀਂ ਹੈ। ਚੰਗੇ ਜਿਹੜੇ ਸਟੇਟਸ ਵਾਈਜ਼ ਬੰਦੇ ਆ, ਮੈਂ ਉਹਨਾਂ ਦਾ ਸਤਿਕਾਰ ਕਰਦਾ। ਜਿਹੜੇ ਪੁਰਾਣੇ ਜਿਹੜੇ ਫਿਲਮ ਐਕਟਰਸ ਸੀ, ਉਹਨਾਂ ਦਾ ਕੋਈ ਮਕਸਦ ਸੀ ਫਿਲਮਾਂ ਬਣਾਉਣ ਦਾ, ਮਗਰ ਅੱਜ ਦੇ ਦੌਰ ਦੇ ਵਿੱਚ ਇਹਨਾਂ ਨੂੰ ਮੈਂ ਕੰਜਰਾਂ ਤੋਂ ਵੀ ਵੱਧ ਕਹਿਣਾ ਵੀ ਇਹ ਕੰਜਰਖਾਨਾ ਇਹਨਾਂ ਨੇ ਫੈਲਾਇਆ ਹੈ। ਔਰ ਉਹਨਾਂ ਨੂੰ ਬਚਾਉਣ ਵਾਸਤੇ ਉਹਨਾਂ ਨੂੰ ਤਾਂ Y+ ਸੁਰੱਖਿਆ ਮਿਲ ਸਕਦੀ ਹੈ ਕੰਗਣਾ ਰਣਾਵਤ ਨੂੰ, ਜਾਂ ਦੀਪਿਕਾ ਪਾਦੂਕੋਣ, ਉਹ ਸਾਰਾ ਮੀਡੀਆ ਜਿਹੜਾ ਆ ਉਹ ਵੈਲ ਪਲੈਨਡ ਆ, ਉਹ ਮੋਦੀ ਸਾਹਿਬ ਦਾ ਗੁਲਾਮ ਬਣਿਆ ਸਾਰਾ ਮੀਡੀਆ, ਮਗਰ ਉਹ ਨਿਊਜ਼ ਦਿਖਾ ਲੈਣਗੇ ਜਿਹਦੇ ਨਾਲ ਮੋਦੀ ਖੁਸ਼ ਹੋ ਜਾਵੇ। ਔਰ ਦੇਸ਼ ਦੇ ਅੰਦਰ ਅੱਜ ਹਾਹਾਕਾਰ ਦਾ ਮਾਹੌਲ ਬਣਿਆ, ਲੁੱਟਾਂ ਖੋਹਾਂ ਵੱਧ ਰਹੀਆਂ, ਔਰ ਪੂਰੇ ਭਾਰਤ ਦੇ ਅੰਦਰ ਅੱਜ ਤੁਸੀਂ ਨਜ਼ਰ ਮਾਰ ਕੇ ਦੇਖ ਲਓ ਤਾਂ 40 ਕਰੋੜ ਦੇ ਨੀਅਰ ਅਬਾਊਟ 40 ਕਰੋੜ ਲੋਕ ਬੇਰੁਜ਼ਗਾਰ ਹੋ ਚੁੱਕੇ ਆ। ਜਦ ਕਿ ਮੋਦੀ ਨੇ ਕਿਹਾ ਸੀ ਕਿ 2 ਕਰੋੜ ਲੋਕਾਂ ਨੂੰ ਇਸ ਦੇਸ਼ ਦੇ ਵਿੱਚ ਹਰ ਸਾਲ ਮੈਂ ਸਰਕਾਰੀ ਨੌਕਰੀ ਦਊਂਗਾ। 40 ਕਰੋੜ ਬੰਦਾ, ਯਾਨੀ ਕਿ 6 ਸਾਲ ਹੋ ਗਏ, 12 ਕਰੋੜ ਤਾਂ ਪਹਿਲਾਂ ਹੀ ਵੈਸੇ ਹੀ ਬੇਰੁਜ਼ਗਾਰ ਸੀ, ਫਿਰ 17 ਕਰੋੜ 50 ਲੱਖ ਮਜ਼ਦੂਰ ਜਿਹੜੇ ਉਹ ਬੇਰੁਜ਼ਗਾਰ ਹੋ ਚੁੱਕੇ ਆ। ਭਾਵ 17,50,000 ਛੋਟੀਆਂ ਵੱਡੀਆਂ ਸਨਅਤਾਂ ਔਰ ਦੁਕਾਨਾਂ ਇਹ ਬੰਦ ਹੋ ਗਈਆਂ। ਅਗਰ ਇਹਦੇ ਵਿੱਚ 10 ਬੰਦੇ ਵੀ ਕੰਮ ਕਰਦੇ ਹੋਣਗੇ ਤਾਂ 17 ਕਰੋੜ 50 ਲੱਖ ਬੰਦਾ ਹੋ ਗਿਆ। 12 ਕਰੋੜ ਉਹ ਪਾ ਲਓ, 29 ਕਰੋੜ 50 ਲੱਖ ਬੰਦਾ ਬੇਰੁਜ਼ਗਾਰ। ਤਾਂ ਇਹ ਔਨ ਅਫੀਸ਼ੀਅਲ ਰਿਕਾਰਡ ਆ ਜਿਹੜਾ ਸਰਕਾਰ ਦਾ, ਉਹ ਅੱਜ ਬੇਰੁਜ਼ਗਾਰ ਹੋ ਚੁੱਕਾ। ਜਿਸ ਦੇਸ਼ ਦੇ ਵਿੱਚ 130 ਕਰੋੜ ਆਬਾਦੀ ਹੋਵੇ ਔਰ 29.5 ਕਰੋੜ ਬੰਦਾ ਬੇਰੁਜ਼ਗਾਰ ਹੋ ਜਾਵੇ, ਯਾਨੀ ਕਿ 30 ਕਰੋੜ ਬੰਦਾ ਬੇਰੁਜ਼ਗਾਰ ਹੋ ਜਾਵੇ, 100 ਕਰੋੜ ਨੂੰ ਛੱਡ ਦਿਓ, ਔਰ ਉਸ ਮੁਲਕ ਦੇ ਵਿੱਚ ਜਦੋਂ ਉਹਨਾਂ ਨੂੰ ਖਾਣ ਲਈ ਰੋਟੀ ਨਹੀਂ ਮਿਲੂਗੀ, ਰਹਿਣ ਲਈ ਮਕਾਨ ਨਹੀਂ ਮਿਲੂਗਾ, ਬੱਚੇ ਪੜ੍ਹਾਉਣੇ ਕਿੱਦਾਂ, ਉਹਨਾਂ ਕੋਲ ਪੈਸਾ ਨਹੀਂ, ਤਾਂ ਉੱਥੇ ਚੋਰੀਆਂ, ਡਕੈਤੀਆਂ, ਰੇਪ ਦੀਆਂ ਘਟਨਾਵਾਂ ਇਹੋ ਜਿਹੀਆਂ ਇਹ ਹੋਰ ਜੰਗੀ ਪੱਧਰ 'ਤੇ ਫੈਲਣਗੀਆਂ। ਕਿਉਂਕਿ ਅਗਲੇ ਨੂੰ ਪਤਾ ਹੁੰਦਾ ਮੌਤ ਤਾਂ ਮੌਤ ਹੀ ਆ, ਅੱਜ ਆ ਜਾਵੇ ਕੱਲ੍ਹ ਨੂੰ ਆ ਜਾਵੇ, ਮਗਰ ਉਹ ਮੁਲਕ ਦੇ ਵਿੱਚ ਚੋਰੀਆਂ ਡਕੈਤੀਆਂ ਵੀ ਵਧਣਗੀਆਂ। ਜਦੋਂ ਚੋਰੀਆਂ ਡਕੈਤੀਆਂ ਵਧਣਗੀਆਂ ਤਾਂ ਆਟੋਮੈਟਿਕਲੀਆਂ ਕਿ ਇਹ ਜਿਹੜੀਆਂ ਬੱਚੀਆਂ ਆ ਉਹ ਇਹੋ ਜਿਹੀਆਂ ਘਟਨਾਵਾਂ ਦਾ ਵੀ ਉਹ ਸ਼ਿਕਾਰ ਹੋਣਗੀਆਂ। ਉਹਦੇ ਲਈ ਸਰਕਾਰ ਨੂੰ ਆਪਣੇ ਐਡਮਿਨਿਸਟ੍ਰੇਸ਼ਨ ਵੱਲੋਂ ਠੋਸ ਕਦਮ ਚੁੱਕਣੇ ਚਾਹੀਦੇ। ਜੇ ਸਰਕਾਰ ਅਗਰ ਠੋਸ ਕਦਮ ਨਹੀਂ ਚੁੱਕਦੀ ਤਾਂ ਮੈਂ ਤਾਂ ਵੈਸੇ ਹੀ ਨਰਿੰਦਰ ਮੋਦੀ ਨੂੰ ਨਲਾਇਕ ਪ੍ਰਧਾਨ ਮੰਤਰੀ ਕਹਿੰਦਾ ਇਸ ਦੇਸ਼ ਦਾ, ਕਿ ਜਿਹਨੇ ਪੂਰੇ ਦੇਸ਼ ਦੀ ਅਰਥ ਵਿਵਸਥਾ ਜਿਹੜੀ ਆ ਉਹ ਡਗਮਗਾ ਦਿੱਤੀ। ਜੇ ਅੱਜ ਦੇਸ਼ ਸਾਡਾ ਸਟੇਬਲ ਹੁੰਦਾ, ਜਦੋਂ ਦਾ ਇਹ ਪ੍ਰਾਈਮ ਮਿਨਿਸਟਰ ਬਣਿਆ ਇਹਨੂੰ 6 ਸਾਲ ਹੋ ਗਿਆ, 6ਵਾਂ ਸਾਲ 7ਵਾਂ ਸ਼ੁਰੂ ਹੋ ਗਿਆ,
ਔਰ ਇਹ 6 ਸਾਲ ਜਿਹੜੇ ਪਿੱਛੇ ਬੀਤ ਗਏ ਉਹਦਾ ਹੀ ਤੁਸੀਂ ਐਨਾਲਿਸਿਸ ਕਰ ਲਓ, ਰਿਜ਼ਲਟ ਕੱਢ ਲਓ, ਤਾਂ ਉਹਦਾ ਜਿਹੜਾ ਰਿਜ਼ਲਟ ਹੈ ਜ਼ੀਰੋ ਨਹੀਂ ਕਹਿ ਸਕਦੇ, ਜ਼ੀਰੋ ਤੋਂ ਵੀ ਮਾਈਨਸ ਥੱਲੇ ਜਾ ਕੇ ਉਹ 000 ਤੱਕ ਚਲੇ ਗਿਆ। ਉਹ ਜਾਣੀ ਉਹ ਰਿਜ਼ਲਟ ਹੀ ਇੰਨੇ ਮਾੜੇ ਨਿਕਲ ਰਹੇ ਆ ਕਿ ਦੇਸ਼ ਆਪਣੇ ਪੈਰਾਂ 'ਤੇ ਕਦੇ ਖੜਾ ਨਹੀਂ ਹੋ ਸਕਦਾ, ਦੇਸ਼ ਮੁੜ ਕੇ ਸੋਨੇ ਦੀ ਚਿੜੀ ਨਹੀਂ ਬਣ ਸਕਦਾ, ਦੇਸ਼ ਅੰਦਰ ਲਾਅ ਐਂਡ ਆਰਡਰ ਨਾਂ ਦੀ ਕੋਈ ਚੀਜ਼ ਨਹੀਂ, ਦੇਸ਼ ਅੰਦਰ ਕਿਸੇ ਦੀ ਸੁਰੱਖਿਆ ਕੋਈ ਨਹੀਂ, ਦੇਸ਼ ਅੰਦਰ ਕੋਈ ਵੀ ਵਪਾਰੀ ਵਰਗ ਲਾ ਲਓ ਜਾਂ ਸੋਸ਼ਲੀ ਲਾ ਲਓ, ਕੋਈ ਬੰਦਾ ਸੁਰੱਖਿਅਤ ਨਹੀਂ, ਹਰ ਬੰਦੇ ਦੇ ਅੰਦਰ ਡਰ ਦਾ ਮਾਹੌਲ ਬਣਿਆ ਹੈ। ਔਰ ਉਹ ਡਰ ਦਾ ਮਾਹੌਲ ਭਾਰਤੀ ਜਨਤਾ ਪਾਰਟੀ RSS ਦੀ ਬਦੌਲਤ ਮਾਨਯਵਰ ਨਰਿੰਦਰ ਮੋਦੀ ਦੇ ਮੋਢੇ 'ਤੇ ਬੰਦੂਕਾਂ ਰੱਖ ਕੇ ਚਲਾਈਆਂ ਜਾ ਰਹੀਆਂ, ਔਰ ਮੋਦੀ ਉਸ ਚੀਜ਼ ਦਾ ਉਹ ਵੀ ਸ਼ਿਕਾਰ ਆ, ਔਰ ਇਹ ਸਾਰੀ ਦੁਨੀਆ ਜਾਣਦੀ। ਪਰ ਮੈਂ ਇਹ ਕਹਿੰਦਾ ਕਿ ਮੋਦੀ ਨੂੰ ਇਸ ਗੱਲ ਤੋਂ ਸਮਝ ਜਾਣਾ ਚਾਹੀਦਾ ਕਿ ਮੈਨੂੰ ਦੁਨੀਆ ਦੇ ਵਿੱਚ ਆਉਣ ਵਾਲੇ ਵਕਤ ਦੇ ਵਿੱਚ ਅਗਰ ਲੋਕ ਮੇਰੀ ਤੁਲਨਾ ਕਰਨਗੇ ਤਾਂ ਮੁਸਲਮਾਨ ਹਕੂਮਤਾਂ ਔਰ ਅੰਗਰੇਜ਼ ਹਕੂਮਤ, ਉਹਨਾਂ ਦੀ ਹਕੂਮਤ ਨਾਲੋਂ ਵੀ ਮਾੜਾ ਹੁਕਮਰਾਨ ਜਿਹੜਾ ਉਹ ਇਹਨੂੰ ਮੋਦੀ ਨੂੰ ਸਮਝਣਗੇ। ਇਹ ਮੋਦੀ ਨੂੰ ਸਮਝਣਾ ਚਾਹੀਦਾ ਜੀ। ਅਗਰ ਗੱਲ ਕਰੀਏ ਬੱਚਿਆਂ ਦੇ ਨਾਲ, ਜਿੱਦਾਂ ਅੱਜ ਦੇ ਮਾਹੌਲ ਦੇ ਵਿੱਚ ਹੋ ਰਿਹਾ ਆ, ਦਿਨੋਂ ਦਿਨ ਦੇਖਦੇ ਪਏ ਆ, ਦਿਨੋਂ ਦਿਨ ਕੋਈ ਨਾ ਕੋਈ ਵਾਕਿਆ ਜੋ ਬੱਚਿਆਂ ਨਾਲ ਵਾਪਰਦਾ ਪਿਆ, ਇਹਨੂੰ ਕਿਸ ਤਰੀਕੇ ਠੱਲ ਪਾਈ ਜਾ ਸਕਦੀ, ਕਿਸ ਤਰੀਕੇ ਨੂੰ ਰੋਕਿਆ ਜਾ ਸਕਦਾ? ਕੋਈ ਇਹਦੇ ਲਈ ਠੋਸ ਕਾਨੂੰਨ ਨਹੀਂ ਬਣਾਏ ਜਾ ਸਕਦੇ? ਦੇਖਦੇ ਹਾਂ ਆਪਾਂ ਦੇਸ਼ ਦੀ ਤਰੱਕੀ ਦੇ ਨਾਂ 'ਤੇ ਤਾਂ ਕੋਈ ਨਾ ਕੋਈ ਨਿੱਤ ਕੋਈ ਆਰਡੀਨੈਂਸ, ਕੋਈ ਕੁਛ ਪਾਸ ਕੀਤਾ ਜਾ ਰਿਹਾ, ਕੀ ਇਸ ਕੰਮ ਲਈ ਨਹੀਂ ਪਾਸ ਕੀਤਾ ਜਾ ਸਕਦਾ? ਜਿਹੜਾ ਠੋਸ ਕਾਨੂੰਨ ਦੀ ਗੱਲ ਹੈ ਨਾ ਜੀ, ਠੋਸ ਕਾਨੂੰਨ ਹੈਗਾ ਅਰਬ ਕੰਟਰੀਆਂ ਦੇ ਵਿੱਚ। ਅਰਬ ਕੰਟਰੀ 'ਚ ਕਿਸੇ ਜਗ੍ਹਾ ਚਲੇ ਜਾਓ ਤੁਸੀਂ, ਚਾਹੇ ਓਮਾਨ ਚਲੇ ਜਾਓ, ਸਊਦੀ ਅਰਬ ਚਲੇ ਜਾਓ, ਦੁਬਈ 'ਚ ਚਲੇ ਜਾਓ, ਅਫਗਾਨਿਸਤਾਨ ਚਲੇ ਜਾਓ, ਪਾਕਿਸਤਾਨ ਚਲੇ ਜਾਓ, ਕਿਤੇ ਚਲੇ ਜਾਓ, ਜਿੱਥੇ ਅਰਬ ਕੰਟਰੀ ਕਿਸੇ ਵੀ ਕੰਟਰੀ ਚਲੇ ਜਾਓ, ਉੱਥੇ ਅਗਰ ਕੋਈ ਬੰਦਾ ਚੋਰੀ ਕਰਦਾ ਤਾਂ ਉਹਦਾ ਗੁੱਟ ਲਾ ਦਿੰਦੇ ਵੀ ਕਿਸ ਹੱਥ ਦੇ ਨਾਲ ਤਾਂ ਚੋਰੀ ਕੀਤੀ। ਅਗਰ ਕੋਈ ਬੰਦਾ ਗੈਂਗ ਰੇਪ ਕਰਦਾ, ਕਿਸੇ ਲੜਕੀ ਨਾਲ ਬਲਾਤਕਾਰ ਕਰਦਾ ਜਾਂ ਉਸ ਲੜਕੀ ਨੂੰ ਜਿਸਮਾਨੀ ਤੌਰ 'ਤੇ ਉਹਨੂੰ ਤੰਗ ਪਰੇਸ਼ਾਨ ਕਰਦਾ, ਤਾਂ ਉਸ ਬੰਦੇ ਨੂੰ ਸ਼ਰੇਆਮ ਟੰਗ ਕੇ ਉਹਦੀਆਂ ਲੱਤਾਂ ਵੱਢ ਦਿੰਦੇ ਆ, ਉਹਦੀਆਂ ਬਾਹਾਂ ਵੱਢ ਦਿੰਦੇ ਆ, ਉਹਦਾ ਧੌਣ ਕਲਮ ਕਰ ਦਿੰਦੇ ਆ। ਜੇ ਨਹੀਂ ਤਾਂ ਉਹਨੂੰ ਸ਼ਰੇਆਮ ਟੰਗ ਕੇ ਗੋਲੀਆਂ ਮਾਰ ਕੇ ਉਹਨੂੰ ਮਾਰ ਦਿੱਤਾ ਜਾਂਦਾ। ਅਗਰ ਕੋਈ ਸੀਰੀਅਸ ਕ੍ਰਾਈਮ ਕਰਦਾ ਤੇ ਉਹਨੂੰ ਖੜਾ ਕਰਕੇ ਉਹਦੇ ਥੱਲੇ ਅੱਗ ਬਾਲ ਦਿੱਤੀ ਜਾਂਦੀ ਕਿ ਉਹ ਤੜਫੇ, ਔਰ ਉਹ ਤੜਫਦਾ ਉਹਦੇ ਪ੍ਰਾਣ ਜਿਹੜੇ ਉਹ ਨਿਕਲਦੇ ਆ। ਔਰ ਇਹ ਤਦੇ ਹੀ ਪੋਸੀਬਲ ਹੋ ਸਕਦਾ ਜੇ ਸਾਡੀ ਗੌਰਮੈਂਟ, ਸਾਡੀ ਜੁਡੀਸ਼ਰੀ, ਸੁਪਰੀਮ ਕੋਰਟ ਹੋਵੇ, ਹਾਈ ਕੋਰਟ ਹੋਵੇ, ਸੈਸ਼ਨ ਕੋਰਟ ਹੋਵੇ, ਲੋਅਰ ਕੋਰਟ ਹੋਵੇ, ਅਗਰ ਇਹ ਜਿਹੜੇ ਜੱਜ ਬੈਠੇ ਆ ਉਹਨਾਂ ਜੱਜਾਂ ਨੂੰ ਵੀ ਸੋਚਣਾ ਚਾਹੀਦਾ ਕਿ ਤੁਸੀਂ ਵੀ ਇੱਕ ਮਨੁੱਖਤਾ ਦਾ ਅੰਗ ਹੋ। ਜੱਜ ਤੁਸੀਂ ਬਾਅਦ 'ਚ ਬਣੇ ਆ, ਪਹਿਲਾਂ ਕਿਸੇ ਮਾਂ ਨੇ ਤੁਹਾਨੂੰ ਜਨਮ ਦਿੱਤਾ। ਅਗਰ ਤੁਹਾਨੂੰ ਜਨਮ ਦਿੱਤਾ, ਤੁਹਾਨੂੰ ਤੁਹਾਡੇ ਮਾਤਾ ਪਿਤਾ ਨੇ ਪੜ੍ਹਾਇਆ ਲਿਖਾਇਆ, ਤਦੇ ਤੁਸੀਂ PCS ਕੀਤੀ ਆ, ਤਦੇ ਤੁਸੀਂ ਜੱਜ ਬਣੇ। ਚਾਹੇ ਉਹ ਸੁਪਰੀਮ ਕੋਰਟ ਦਾ ਜੱਜ ਆ, ਚਾਹੇ ਉਹ ਹਾਈ ਕੋਰਟ ਦਾ ਜੱਜ ਆ। ਉਹਨਾਂ ਜੱਜਾਂ ਨੂੰ ਰੋਜ਼ ਪੜ੍ਹਦੇ ਅਖਬਾਰਾਂ ਦੇ ਵਿੱਚ, ਰੋਜ਼ ਟੈਲੀਵਿਜ਼ਨ ਦੇਖਦੇ, ਰੋਜ਼ ਸੋਸ਼ਲ ਮੀਡੀਆ ਆਪਣੇ ਮੋਬਾਈਲਾਂ ਦੇ ਉੱਤੇ ਹਰ ਚੀਜ਼ ਨੂੰ ਵਾਚ ਕਰਦੇ। ਇੰਨਾ ਕੁਛ ਕਰਨ ਤੋਂ ਬਾਅਦ ਵੀ ਸਾਡੇ ਦੇਸ਼ ਦੇ ਜੇ ਜੱਜ ਚੁੱਪ ਕਰਕੇ ਬੈਠੇ ਆ ਤਾਂ ਮੈਂ ਸਮਝਦਾ ਫਿਰ ਜੁਡੀਸ਼ਰੀ ਇੱਥੇ ਖਤਮ ਆ। ਲੋਕਾਂ ਦਾ ਇੱਕੋ ਹੀ ਇੱਕ ਵਿਸ਼ਵਾਸ ਆ, ਕਿਸੇ ਪੋਲੀਟੀਸ਼ੀਅਨ 'ਤੇ ਕੋਈ ਵਿਸ਼ਵਾਸ ਨਹੀਂ, ਕਿਸੇ ਪੋਲੀਟੀਕਲ ਪਾਰਟੀ 'ਤੇ ਕੋਈ ਵਿਸ਼ਵਾਸ ਨਹੀਂ। ਅਗਰ ਭਾਰਤ ਦੇਸ਼ ਦੇ ਅੰਦਰ ਅਗਰ ਕਿਸੇ ਨੂੰ ਵਿਸ਼ਵਾਸ ਆ ਤਾਂ ਉਹ ਸਿਰਫ ਜੁਡੀਸ਼ਰੀ, ਔਰ ਜੇ ਜੁਡੀਸ਼ਰੀ ਤੋਂ ਵੀ ਵਿਸ਼ਵਾਸ ਚੱਕ ਹੋ ਗਿਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇੱਥੇ ਡਿਕਟੇਟਰਸ਼ਿਪ ਰੂਲ ਲਾਗੂ ਹੋ ਜਾਊਗਾ, ਔਰ ਜਿਹਦਾ ਮਨ ਆਊਗਾ ਉਹ ਕਰੂਗਾ ਤੇ ਮੁਲਕ ਜਿਹੜਾ ਉਹ ਸੱਤਿਆਨਾਸ਼ ਹੋ ਜਾਊਗਾ। ਹੋਣਾ ਇਹ ਚਾਹੀਦਾ ਕਿ ਸਾਡੀ ਸਰਕਾਰ ਨੂੰ ਸੋਚਣਾ ਚਾਹੀਦਾ ਕਿ ਧੀਆਂ ਭੈਣਾਂ ਮਾਵਾਂ ਇਹ ਸਭ ਬਰਾਬਰ ਆ। ਅਗਰ ਕਿਸੇ ਵੀ ਬੱਚੀ ਨਾਲ ਇਹੋ ਜਿਹੀ ਘਟਨਾ ਵਾਪਰਦੀ ਆ ਤਾਂ ਮੰਤਰੀ ਮੈਂਬਰ ਪਾਰਲੀਮੈਂਟ, 788 ਮੈਂਬਰ ਪਾਰਲੀਮੈਂਟ ਹੈ ਲੋਕ ਸਭਾ ਔਰ ਰਾਜ ਸਭਾ ਨੂੰ ਮਿਲਾ ਕੇ, ਪੂਰੇ ਦੇਸ਼ ਦੀਆਂ ਵਿਧਾਨ ਸਭਾਵਾਂ ਨੂੰ ਲੈ ਲਓ ਤਾਂ 4120 MLA ਆ। ਕੈਬਨਿਟ ਮਿਨਿਸਟਰ ਵੱਖਰੇ, ਪ੍ਰਧਾਨ ਮੰਤਰੀ, ਰਾਸ਼ਟਰਪਤੀ ਵੀ ਸਾਡਾ ਦਲਿਤ ਸਮਾਜ ਦਾ ਹੋਵੇ, ਉਹ ਵੀ ਘੁੱਗੂ ਬਣ ਕੇ ਬੈਠਾ, ਭਾਵ ਰਬੜ ਦੀ ਸਟੈਂਪ। ਮੈਂ ਰਬੜ ਦੀ ਸਟੈਂਪ ਕਿਉਂ ਕਹਿ ਰਿਹਾ ਕਿ BJP ਨੇ ਇਹਨੂੰ ਰਾਸ਼ਟਰਪਤੀ ਬਣਾਇਆ ਰਾਮਨਾਥ ਕੋਵਿੰਦ ਨੂੰ।
ਜਦ ਕਿ ਜਦੋਂ ਡਾਕਟਰ KR ਨਾਰਾਇਣਨ ਦੇਸ਼ ਦਾ ਰਾਸ਼ਟਰਪਤੀ ਬਣਿਆ ਤਾਂ ਉਹਨੇ ਰਾਸ਼ਟਰਪਤੀ ਦੀਆਂ ਪੂਰੀਆਂ ਪਾਵਰਾਂ ਨੂੰ ਯੂਜ਼ ਕੀਤਾ ਔਰ ਕਰਕੇ ਦਿਖਾਇਆ। APJ ਅਬਦੁਲ ਕਲਾਮ ਸਾਹਿਬ ਜਦੋਂ ਦੇਸ਼ ਦੇ ਰਾਸ਼ਟਰਪਤੀ ਬਣੇ, ਉਹਨਾਂ ਨੇ ਰਾਸ਼ਟਰਪਤੀ ਦੀਆਂ ਸਾਰੀਆਂ ਪਾਵਰਾਂ ਨੂੰ ਯੂਜ਼ ਕੀਤਾ ਔਰ ਲੋਕਾਂ ਨੂੰ ਕਰਕੇ ਦਿਖਾਇਆ। ਮਗਰ ਇਹ ਤਾਂ ਪਤਾ ਨਹੀਂ ਕਿਹੋ ਜਿਹਾ ਰਾਸ਼ਟਰਪਤੀ ਬਣਿਆ ਕਿ ਉਸ ਰਾਸ਼ਟਰਪਤੀ ਦੇ ਸਮਾਜ ਨਾਲ ਜੁੜੀਆਂ ਜਿਹੜੀਆਂ ਅੱਜ ਲੜਕੀਆਂ ਦੇ ਨਾਲ ਬਲਾਤਕਾਰ ਉਹ ਵੀ ਅਪਰ ਕਾਸਟ ਕਰ ਰਹੇ, ਤੇ ਉਹ ਰਾਸ਼ਟਰਪਤੀ ਪਦ ਦੇ ਉੱਤੇ ਕਿੱਦਾਂ ਬੈਠਾ। ਉਹਨੂੰ ਤਾਂ ਤੁਰੰਤ ਉਹ ਕਹਿ ਦੇਵੇ ਵੀ ਇਸ ਮੁਲਕ ਦੇ ਅੰਦਰ ਲਾਅ ਐਂਡ ਆਰਡਰ ਨਾਂ ਦੀ ਕੋਈ ਚੀਜ਼ ਨਹੀਂ, ਤਾਂ ਮੈਂ ਆਪਣੀ ਪੋਸਟ ਹੀ ਛੱਡੀ। ਉਹ ਤਾਂ ਆਰਾਮ ਨਾਲ 365 ਕਮਰਿਆਂ ਦੇ ਵਿੱਚ ਕੈਦ ਹੋ ਕੇ ਬੈਠਾ, ਉਹਨੂੰ ਕਿਸੇ ਨਾਲ ਕੋਈ ਮਤਲਬ ਨਹੀਂ। ਆ ਕਿਸਾਨ ਪੂਰੇ ਇੰਡੀਆ 'ਚ ਸੁਸਾਈਡ ਕਰ ਰਹੇ। ਪੂਰੇ ਇੰਡੀਆ 'ਚ 3 ਆਰਡੀਨੈਂਸ ਬਿੱਲ ਆ ਗਏ ਕਿਸਾਨਾਂ ਦੇ, ਔਰ ਜਦੋਂ 3 ਆਰਡੀਨੈਂਸ ਬਿੱਲ ਆਏ, ਅੱਜ ਸੜਕਾਂ ਦੇ ਉੱਤੇ ਕਿਸਾਨ ਧਰਨੇ, ਅੱਜ ਰੇਲ ਰੋਕੋ ਅੰਦੋਲਨ ਚੱਲ ਰਿਹਾ। ਪਹਿਲਾਂ ਉਹਨਾਂ ਨੇ ਸੜਕ ਰੋਕੋ ਅੰਦੋਲਨ ਚਲਾਇਆ, ਫਿਰ ਅਕਾਲੀ ਦਲ ਨੇ ਆਪਣਾ ਚੰਡੀਗੜ੍ਹ ਅੱਜ ਅੰਦੋਲਨ ਸ਼ੁਰੂ ਕੀਤਾ ਆ। ਪੂਰੇ ਪੰਜਾਬ ਦੇ 3 ਤਖ਼ਤਾਂ ਤੋਂ ਉਹ ਕਾਫਲਾ ਲੈ ਕੇ ਜਾ ਰਹੇ। ਤੁਸੀਂ ਇਹ ਦੇਖੋ ਕਿ ਕਿਸਾਨਾਂ ਨਾਲ ਰਿਲੇਟਡ ਜਿੰਨੀਆਂ ਵੀ ਗੱਲਾਂ ਹੋ ਰਹੀਆਂ, ਅੱਜ ਕਿਸਾਨਾਂ ਦੇ ਬੱਚੇ ਜਿਹੜੇ ਆ ਉਹ ਉੱਠ ਕੇ ਉਹਨਾਂ ਧਰਨਿਆਂ ਦੀ ਅਗਵਾਈ ਕਰ ਰਹੇ ਜੀ। ਔਰ ਉਸ ਕਿਸਾਨਾਂ ਦੇ ਆਰਡੀਨੈਂਸ ਜਿਹੜਾ ਲੋਕ ਸਭਾ ਔਰ ਰਾਜ ਸਭਾ 'ਚ ਬਿੱਲ ਪਾਸ ਹੋ ਗਏ, ਤੇ ਲੋਕਾਂ ਨੂੰ ਵਿਸ਼ਵਾਸ ਸੀ ਕਿ ਰਾਸ਼ਟਰਪਤੀ ਉੱਤੇ ਮੋਹਰ ਨਹੀਂ ਲਾਊਗਾ। ਰਾਸ਼ਟਰਪਤੀ ਨੇ ਆਪਣੀ ਮੋਹਰ ਲਾ ਕੇ ਸਿਗਨੇਚਰ ਕਰ ਦਿੱਤੇ, ਯਾਨੀ ਕਿ ਆਰਡੀਨੈਂਸ ਕਿਸਾਨਾਂ ਦੇ ਵਿਰੋਧ ਵਿੱਚ ਪਾਸ ਕਰਤੇ। ਇਹ ਜਿਹੜੀ BJP ਦੀ ਸਰਕਾਰ ਆ, ਇਹ ਜਿੱਦਾਂ ਮੈਂ ਹਮੇਸ਼ਾ ਇੱਕ ਗੱਲ ਕਹਿੰਦਾ ਹੁੰਦਾ ਕਿ BSNL ਕੰਪਨੀ ਬੰਦ ਹੋਈ, ਉਹ ਪ੍ਰਾਈਵੇਟ ਅਡਾਨੀਆਂ ਨੂੰ ਦੇ ਦਿੱਤੀ। ਉਹ 50 ਸਾਲ ਦੇ ਵਾਸਤੇ ਉਹਨਾਂ ਨੇ 88,000 ਜਿਹੜਾ ਬੰਦਾ ਮੁਲਾਜ਼ਮ ਕੱਢਿਆ, ਜਿਹਦੇ ਵਿੱਚ 83,000 ਮੁਲਾਜ਼ਮ ਇਕੱਲੇ ਜਿਹੜੇ ਹਿੰਦੂ ਸੀ। ਔਰ ਉਹ 83,000 ਦੇ ਵਿੱਚ ਤੁਸੀਂ ਇਹ ਦੇਖ ਲਓ, ਹਿੰਦੂ 2900 ਮੁਸਲਿਮ ਸੀ, 1400 ਸਿੱਖ ਸੀ, ਤੇ 700 ਅਦਰ ਕਾਸਟ ਦੇ ਜਿਹੜੇ ਉਹ ਮੁਲਾਜ਼ਮ ਸੀ। ਟੋਟਲ 88,000 ਮੁਲਾਜ਼ਮਾਂ ਨੂੰ ਉਹਨਾਂ ਨੇ ਕੱਢ ਦਿੱਤਾ। ਇਹ ਕਿਹਨਾਂ ਨੇ ਕੱਢਿਆ? ਅਮੀਰਾਂ ਨੇ। ਜਿਹੜਾ ਪ੍ਰਾਈਵੇਟ ਕਾਰਪੋਰੇਟ ਸੈਕਟਰ ਆ, ਅੱਜ ਸਰਕਾਰ ਜਿੰਨੇ ਸਰਕਾਰੀ ਅਦਾਰੇ ਆ, ਜਿੰਨੀਆਂ ਸਰਕਾਰੀ ਪ੍ਰਾਪਰਟੀਆਂ, ਜਿੰਨੇ ਵੀ ਕਿਸਾਨਾਂ ਨਾਲ, ਮਜ਼ਦੂਰਾਂ ਨਾਲ ਜਾਂ ਵਪਾਰੀਆਂ ਨਾਲ ਰਿਲੇਟਡ ਕੋਈ ਵੀ ਚੀਜ਼ ਆ, ਉਹ ਸਾਰੀਆਂ ਉਹਨਾਂ ਅਮੀਰ ਕਾਰਪੋਰੇਟ ਘਰਾਣਿਆਂ ਨੂੰ ਦੇ ਰਹੇ, ਜਿਨ੍ਹਾਂ ਨੇ ਸਾਡੇ ਦੇਸ਼ ਦਾ ਬੇੜਾ ਗਰਕ ਕਰਨਾ। ਹੁਣ ਅੱਜ ਕਿਸਾਨ ਕਿਉਂ ਰੌਲਾ ਪਾ ਰਹੇ? ਕਿਉਂਕਿ ਕਿਸਾਨ ਨਾ ਤਾਂ ਬਹੁਤੇ ਪੜ੍ਹੇ ਲਿਖੇ ਆ, ਮਾਰਕੀਟਿੰਗ ਉਹ ਨਹੀਂ ਕਰ ਸਕਦੇ, ਦੂਜੇ ਰਾਜਾਂ 'ਚ ਜਾ ਕੇ ਨਹੀਂ ਵੇਚ ਸਕਦੇ। ਫਿਰ ਇੱਕ ਬਿੱਲ ਦੇ ਵਿੱਚ ਉਹਨਾਂ ਨੇ ਇਹ ਵੀ ਲਿਖਿਆ ਕਿ ਜਿਹੜਾ ਕਿਸਾਨ ਆ, ਉਹਦੀ ਪ੍ਰੋਪਰਟੀ ਦੇ ਉੱਤੇ ਲੋਨ ਜਿਹੜਾ ਲਊਗਾ, ਬੰਬੇ ਬੈਠਾ ਵਪਾਰੀ ਲਊਗਾ। ਲੋਨ ਅਗਰ ਨਹੀਂ ਲੈਂਦਾ ਤਾਂ ਉਹਦੀ ਜ਼ਮੀਨ ਕੁਰਕ ਹੋ ਜਾਊ ਕਿਸਾਨ ਦੀ, ਤੇ ਉਹ ਵਪਾਰੀ 'ਤੇ ਐਕਸ਼ਨ ਕੋਈ ਨਹੀਂ। ਤੇ ਫਸਲ ਜਿਹੜੀ ਆ, ਉਹ ਜ਼ਿਮੀਂਦਾਰ ਕਹਿੰਦਾ ਵੀ ਮੈਂ 2,000 ਰੁਪਏ ਕੁਇੰਟਲ ਵੇਚਣੀ ਆ, ਉਹ ਕਹਿੰਦਾ ਜੀ ਤੇਰੀ ਫਸਲ ਜਿਹੜੀ ਉਹ ਮੈਨੂੰ ਇੰਨੀ ਪਸੰਦ ਨਹੀਂ, ਮੈਂ ਦੇਣਾ 700 ਰੁਪਏ ਕੁਇੰਟਲ। ਹੁਣ ਕਿੱਥੇ 2,000 ਕਿੱਥੇ 700। ਮਿਨੀਮਮ ਸਪੋਰਟ ਪ੍ਰਾਈਸ ਸਰਕਾਰ ਤੈਅ ਕਰਦੀ ਸੀ ਵੀ ਚਾਹੇ ਉਹ ਕਣਕ ਝੋਨਾ ਮਾੜਾ ਆ, ਚਾਹੇ ਉਹ ਚੰਗਾ, ਬਈ 2500 ਰੁਪਈਆ ਕੁਇੰਟਲ ਇੱਕ ਅਮਾਊਂਟ ਤੈਅ ਕਰਤੀ। ਉਦੋਂ ਥੱਲੇ ਨਹੀਂ ਵਿਕੂਗੀ, ਉਦੋਂ ਉੱਪਰ ਤਾਂ ਵਿਕ ਸਕਦੀ ਹੈ। ਮਗਰ ਇਹਨਾਂ ਨੇ ਮਿਨੀਮਮ ਸਪੋਰਟ ਪ੍ਰਾਈਸ ਵੀ ਖਤਮ ਕਰਤੀ। ਫਿਰ ਤੁਹਾਡੀ ਸੁਣਵਾਈ ਕੋਈ ਨਹੀਂ, ਤੁਸੀਂ ਕੋਈ SDM ਕੋਲ ਨਹੀਂ ਜਾ ਸਕਦੇ, ਤੁਸੀਂ DC ਕੋਲ ਨਹੀਂ ਜਾ ਸਕਦੇ, ਤੁਸੀਂ ਕਿਸੇ ਕੋਰਟ ਕਚਹਿਰੀ 'ਚ ਨਹੀਂ ਜਾ ਸਕਦੇ। ਕਿਸਾਨ ਦਾ ਇਹ ਹਾਲ ਕਰ ਦਿੱਤਾ ਅੱਜ ਕੇਂਦਰ ਸਰਕਾਰ ਨੇ। ਔਰ ਤੁਸੀਂ ਇਹ ਹਿਸਾਬ ਲਾ ਲਓ ਕਿ ਅੱਜ ਅਕਾਲੀ ਦਲ ਜਿਹੜਾ ਇੱਥੇ ਏਡੇ ਅੰਦੋਲਨ ਚਲਾ ਰਿਹਾ, ਇਹ ਸੁਖਬੀਰ ਬਾਦਲ ਪਾਰਲੀਮੈਂਟ 'ਚ ਕਹਿੰਦਾ ਵੀ ਮੈਂ ਉਹ ਬਿੱਲ ਪੜ੍ਹੇ ਨਹੀਂ। ਕਿੱਡੀ ਮੈਂ ਉਸ ਘਟਨਾ ਨੂੰ ਲਿਆ ਕਿ ਬਗੈਰ ਪੜ੍ਹਿਓ ਤੁਸੀਂ ਪੇਪਰ ਸਾਈਨ ਕਰਤੇ। ਫਿਰ ਬੀਬੀ ਹਰਸਿਮਰਤ ਕੌਰ ਬਾਦਲ ਕਹਿੰਦੀ ਕਿ ਕਿਸਾਨਾਂ ਦੇ ਹਿੱਤ ਵਿੱਚ ਮੈਂ ਰੈਜ਼ੀਗਨੇਸ਼ਨ ਦੇ ਦਿੱਤਾ। ਜਦੋਂ ਪ੍ਰੈਸ ਵਾਲੇ ਪੁੱਛਦੇ ਤਾਂ ਉਹ ਕਹਿੰਦੀ ਕਿ ਪੰਜਾਬ ਦੇ ਵਿੱਚ ਕਿਸਾਨ ਵਿਰੋਧ ਕਰਦੇ ਆ, ਮੈਂ ਉਸ ਆਰਡੀਨੈਂਸਾਂ ਦਾ ਵਿਰੋਧ ਨਹੀਂ ਕਰਦੀ। ਫਿਰ ਜਦੋਂ ਵਿਰੋਧ ਹੋਇਆ ਕਿਸਾਨਾਂ ਵੱਲੋਂ ਵੱਡੇ ਪੈਮਾਨੇ 'ਤੇ, ਉਦੋਂ ਹਫ਼ਤਾ ਪਹਿਲਾਂ ਇਹਨਾਂ ਨੇ ਪ੍ਰਕਾਸ਼ ਸਿੰਘ ਬਾਦਲ ਤੋਂ ਸਟੇਟਮੈਂਟ ਦਵਾਈ ਵੀ ਇਹ ਜਿਹੜੇ ਆਰਡੀਨੈਂਸ ਬਿੱਲ ਆ, ਇਹ ਕਿਸਾਨ ਹਿਤੈਸ਼ੀ ਆ, ਕਿਸਾਨ ਵਿਰੋਧੀ ਨਹੀਂ। ਮਗਰ ਮੈਂ ਤੁਹਾਨੂੰ ਦੱਸ ਦੇਵਾਂ ਕਿ 2013 ਦੇ ਵਿੱਚ ਜਦੋਂ ਵਿਧਾਨ ਸਭਾ ਦੇ ਵਿੱਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸੀ, ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਸੀ, ਇਹ ਜਿਹੜਾ ਆਰਡੀਨੈਂਸ ਬਿੱਲ ਆ, ਉਦੋਂ ਪ੍ਰਕਾਸ਼ ਸਿੰਘ ਬਾਦਲ ਖੁਦ ਇੱਥੇ ਅਸੈਂਬਲੀ ਵਿੱਚ ਚੰਡੀਗੜ੍ਹ ਲੈ ਕੇ ਆਇਆ ਸੀ। ਉਹੀ ਇਹ ਬਿੱਲ ਆ। ਉਸੇ ਬਿੱਲ ਨੂੰ BJP ਨਾਲ ਉਦੋਂ ਕੋਲੀਸ਼ਨ ਸੀ, BJP ਵਾਲਿਆਂ ਨੇ ਜਾ ਕੇ ਨਰਿੰਦਰ ਮੋਦੀ ਨੂੰ ਦੇ ਦਿੱਤਾ। ਉਹੀ ਬਿੱਲ ਐਜ਼ ਇਟ ਇਜ਼
ਉਹ ਅੱਜ ਨਰਿੰਦਰ ਮੋਦੀ ਨੇ ਉਹਨੂੰ ਲਾਗੂ ਕਰ ਦਿੱਤਾ। ਤੇ ਹੁਣ ਫਿਰ ਵਿਰੋਧ ਕਿਉਂ ਕਰਦੇ? ਜਿਹੜੀ ਚੀਜ਼ ਹੀ ਤੁਸੀਂ ਲੈ ਕੇ ਆਏ, ਕਿਉਂਕਿ ਜਦੋਂ ਹਰਿਆਣੇ ਦੇ ਵਿੱਚ ਇਹ ਕਾਰਪੋਰੇਟ ਘਰਾਣਿਆਂ ਦੇ ਨੁਮਾਇੰਦਿਆਂ ਨਾਲ ਇਹਨਾਂ ਨੇ ਮੀਟਿੰਗ ਕੀਤੀ ਸੀ ਕਿ ਤੁਸੀਂ ਪੰਜਾਬ 'ਚ ਇੰਡਸਟਰੀ ਲਾਓ। ਉਹਦੇ ਵਿੱਚ ਅੰਬਾਨੀ, ਮੁਕੇਸ਼ ਅੰਬਾਨੀ ਵੀ ਆਇਆ ਸੀ, ਅਡਾਨੀ ਵੀ, ਹੋਰ ਗਰੁੱਪ ਵੀ ਆਏ ਸੀ, ਹੋਰ ਵੱਡੇ ਇੰਡਸਟਰੀਲਿਸਟ ਵੀ ਆਏ ਸੀ, ਮਗਰ ਉਹਨਾਂ ਨੇ ਪੰਜਾਬ ਵਿੱਚ ਇੰਡਸਟਰੀ ਲਾਉਣ ਤੋਂ ਮਨਾ ਕਰ ਦਿੱਤਾ ਸੀ। ਕਿਉਂ? ਕਿਉਂਕਿ ਉਹ ਕਹਿੰਦੇ ਜੇ ਅੱਜ ਇੱਥੇ ਅਸੀਂ ਇੰਡਸਟਰੀਆਂ ਲਾਵਾਂਗੇ, ਕੱਲ੍ਹ ਨੂੰ ਇਹਨਾਂ ਲੋਕਾਂ ਨੇ ਸਾਡੇ ਇੰਡਸਟਰੀਆਂ ਦੇ ਵਿੱਚ ਧੱਕੇਸ਼ਾਹੀ ਕਰਨਗੇ, ਸਾਡੇ ਤੋਂ ਪੈਸਾ ਵਸੂਲਣਗੇ। ਅਤੇ ਉਹਨਾਂ ਨੇ ਕਹਿ ਦਿੱਤਾ ਸੀ ਕਿ ਅਸੀਂ ਤੁਹਾਡਾ ਸਿਸਟਮ ਦੇਖ ਕੇ ਅਸੀਂ ਇੱਥੇ ਇੰਡਸਟਰੀ ਲਾਉਣ ਲਈ ਤਿਆਰ ਨਹੀਂ। ਇਸ ਕਰਕੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਬੇਸਡ ਔਨ ਪ੍ਰਾਈਮ ਮਿਨਿਸਟਰ ਆ, ਔਰ ਪ੍ਰਾਈਮ ਮਿਨਿਸਟਰ ਦੀ ਮਾੜੀ ਨੀਤੀ, ਸਰਕਾਰ ਦੀਆਂ ਮਾੜੀਆਂ ਨੀਤੀਆਂ ਔਰ ਪਾਲਿਸੀਆਂ ਦੇ ਕਾਰਨ ਅੱਜ ਸਾਡਾ ਦੇਸ਼ ਜਿਹੜਾ ਉਹ ਕੰਗਾਲੀ ਦੇ ਰਾਹ ਦੇ ਉੱਤੇ ਆ। ਇਹੀ ਕਾਰਨ ਹੈ ਕਿ ਸਾਡੇ ਦੇਸ਼ ਦੀ GDP ਜਿਹੜੀ ਆ ਉਹ 0% 'ਤੇ ਆ ਗਈ। ਜਿਹੜੀ ਮਾਈਨਸ GDP ਜਿਹੜੀ 10% ਸੀ, ਉਹ ਉੱਥੋਂ ਹੋਰ ਡਾਊਨ ਜਾ ਕੇ 29% 'ਤੇ ਚਲੇ ਗਈ। ਔਰ ਸਾਡਾ ਦੇਸ਼ ਕਿੱਦਾਂ ਅਪਲਿਫਟ ਹੋਊਗਾ, ਕਿੱਦਾਂ ਅੱਗੇ ਵਧੂਗਾ, ਕਿੱਦਾਂ ਬੱਚੇ ਬੂਸਟਅਪ ਹੋਣਗੇ, ਕਿੱਦਾਂ ਨੌਕਰੀਆਂ ਮਿਲਣਗੀਆਂ, ਇੱਥੇ ਕੁਛ ਨਹੀਂ ਪਤਾ। ਹਨੇਰਾ ਹੀ ਹਨੇਰਾ, ਜਿੱਧਰ ਦੇਖ ਲਓ ਸੂਰਜ ਦੀ ਕਿਰਨ ਕਿਤੇ ਦਿਖਾਈ ਨਹੀਂ ਦਿੰਦੀ। ਅੱਜ ਜ਼ੁਲਮ ਔਰ ਜਾਤੀ ਦਾ ਜਿਹੜਾ ਤਸ਼ੱਦਦ ਆ, ਇਸ ਤੋਂ ਅੱਜ ਦੁਨੀਆ ਬਹੁਤ ਦੁਖੀ ਆ। ਔਰ ਮੈਂ ਸਮਝਦਾ ਕਿ ਜੇ ਨਰਿੰਦਰ ਮੋਦੀ ਜਾਂ ਯੋਗੀ ਆਦਿੱਤਿਆਨਾਥ 'ਚ ਮਾੜੀ ਮੋਟੀ ਇਨਸਾਨੀਅਤ ਹੈ, ਅਗਰ ਉਹਨਾਂ ਦੇ ਵਿੱਚ ਇਹ ਲੱਗਦਾ ਕਿ ਸਾਡੇ ਰਾਜ ਦੇ ਵਿੱਚ ਆ ਜੋ ਜ਼ੁਲਮ ਹੋ ਰਿਹਾ ਇਹ ਬਹੁਤ ਮਾੜਾ ਹੋ ਰਿਹਾ, ਤਾਂ ਉਹਨਾਂ ਨੂੰ ਰੈਜ਼ੀਗਨੇਸ਼ਨ ਦੇ ਦੇਣਾ ਚਾਹੀਦਾ ਔਰ ਆਰਾਮ ਨਾਲ ਆਪਣੇ ਅਹੁਦਿਆਂ ਤੋਂ ਅਸਤੀਫਾ ਦੇ ਕੇ ਆਪਣੇ ਘਰਾਂ 'ਚ ਬੈਠਣ। ਕੋਈ ਹੋਰ ਅਗਰ ਕੋਈ ਚੱਜ ਦਾ ਬੰਦਾ ਹੈ ਤਾਂ ਉਹਨੂੰ ਅੱਗੇ ਲਿਆਉਣ, ਤਾਂ ਮੈਂ ਸਮਝੂਗਾ ਕਿ ਦੇਸ਼ ਦਾ ਕੁਝ ਮਾੜਾ ਮੋਟਾ ਜਿਹੜਾ ਆ ਉਹ ਭਲਾ ਹੋ ਸਕਦਾ ਜੀ। ਅਗਰ ਗੱਲ ਕਰੀਏ ਕਿ ਜੋ ਮਨੀਸ਼ਾ ਵਾਲਮੀਕੀ ਦੇ ਘਰ ਪ੍ਰਸ਼ਾਸਨ ਦੇ ਨੁਮਾਇੰਦੇ ਜਾ ਕੇ ਹੀ ਕਹਿ ਰਹੇ, ਕਹਿੰਦੇ ਵੀ ਜੀ ਠੀਕ ਹੈ ਜੀ, ਤੁਹਾਡੀ ਵੀ ਕਸੂਰ, ਤੁਹਾਡਾ ਵੀ ਕੁਛ ਹੈਗਾ, ਕੁਛ ਉਹਨਾਂ ਦਾ ਵੀ ਆ। ਇਹ ਕੀ ਉਹਨਾਂ ਨੂੰ ਧਮਕੀਆਂ ਵੀ ਦੇ ਰਹੇ ਆ ਜਾਂ ਸਮਝਾਉਣ ਦੀ ਕੋਈ ਇੱਦਾਂ ਦੀ ਕੋਈ ਕੋਸ਼ਿਸ਼ ਕਰ ਰਹੇ ਸੀ ਉਹਦੇ ਘਰਦਿਆਂ ਨੂੰ? ਉਹ ਤਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਕੋਈ ਵੀ ਬੱਚੀ ਆ ਜਦੋਂ ਕੋਈ ਗਰੀਬ ਘਰਾਣੇ ਨੂੰ ਬਿਲੋਂਗ ਕਰਦੀ, ਪੂਅਰ ਫੈਮਿਲੀ ਨੂੰ ਬਿਲੋਂਗ ਕਰਦੀ ਆ, ਅਤੇ ਉਹ ਜਦੋਂ ਵੀ ਉਹਦੇ ਉੱਤੇ ਜ਼ੁਲਮ ਹੋ ਜਾਂਦਾ ਤਾਂ ਐਡਮਿਨਿਸਟ੍ਰੇਸ਼ਨ, ਇੱਕ ਉਹ ਕਹਾਵਤ ਹੈ ਨਾ ਕਿ ਸ਼ਾਮ ਦਾਮ ਦੰਡ ਭੇਦ ਭਾਵ, ਇਹ ਜਿਹੜਾ ਇਹ ਤਰੀਕਾ ਯੂਜ਼ ਕਰਦੇ ਆ ਵੀ ਅਗਲਾ ਪੈਸੇ ਨਾਲ ਮੰਨਦਾ, ਅਗਲਾ ਛਿੱਤਰ ਨਾਲ ਮੰਨਦਾ, ਅਗਲਾ ਕਿੱਦਾਂ ਮੰਨਦਾ, ਉਸ ਘਟਨਾ ਨੂੰ ਦਬਾਉਣ ਵਾਸਤੇ। ਔਰ ਉਹੀ ਚੀਜ਼ ਜਿਹੜੀ ਉੱਥੇ ਦੀ ਸਿਵਲ ਐਡਮਿਨਿਸਟ੍ਰੇਸ਼ਨ ਉਹ ਨਹੀਂ ਕਰ ਰਹੀ, ਉਹ ਸਰਕਾਰ ਕਰਵਾ ਰਹੀ ਹੈ। ਉਹ ਸਰਕਾਰ ਬੈਕ 'ਤੇ ਆ, ਉਹਨਾਂ ਤੋਂ ਕਰਵਾ ਰਹੀ ਆ। ਹੁਣ ਮੈਂ ਇੱਕ ਅੱਜ ਕਿਸੇ BJP ਲੀਡਰ ਦਾ ਸਟੇਟਮੈਂਟ ਸੁਣ ਰਿਹਾ ਸੀ। ਉਹ ਕਹਿ ਰਿਹਾ ਸੀ ਕਿ ਸਾਨੂੰ ਬੜਾ ਦੁੱਖ ਆ ਉਸ ਪਰਿਵਾਰ ਦੇ ਨਾਲ, ਮਗਰ ਉਹ ਪ੍ਰੈਸ ਰਿਪੋਰਟਰ ਉਹਨੂੰ ਬਾਰ-ਬਾਰ ਕਹਿ ਰਿਹਾ ਸੀ ਵੀ ਜੇ ਤੁਹਾਨੂੰ ਦੁੱਖ ਆ ਤਾਂ ਤੁਸੀਂ ਉਹ ਰਾਤ ਨੂੰ ਉੱਥੇ ਲੜਕੀ ਨੂੰ ਉਹਦਾ ਸੰਸਕਾਰ ਕਰਨ ਦੀ ਕੀ ਜ਼ਰੂਰਤ ਪਈ ਰਾਤ ਨੂੰ 12 ਵਜੇ, ਅਤੇ ਤੁਸੀਂ ਉਹਦੇ ਉੱਥੇ ਘਰਦਿਆਂ ਨੂੰ ਵੀ ਨਹੀਂ ਬੁਲਾਇਆ, ਅਤੇ ਤੁਸੀਂ ਬਕਾਇਦਾ ਪੁਲਿਸ ਪ੍ਰੋਟੈਕਸ਼ਨ ਦੇ ਵਿੱਚ ਉਹਦਾ ਸੰਸਕਾਰ ਕੀਤਾ। ਤਾਂ ਇਹ ਉਹ ਕਿੱਡਾ ਕੁ ਜਾਣੀ ਉਹ ਕੋਈ ਗੁੰਡਾ ਪਰਿਵਾਰ ਸੀ ਉਹ, ਵੀ ਜਿਹਦੇ ਤੋਂ ਡਰਦੇ ਮਾਰਿਆਂ ਨੇ ਤੁਸੀਂ ਕੀਤਾ। ਮਕਸਦ ਇਹ ਨਹੀਂ ਹੈ, ਮਕਸਦ ਇਹ ਆ ਕਿ ਇਹ ਜੋ ਜ਼ੁਲਮ ਕਰਦੇ ਆ ਉਹਨੂੰ ਦਬਾਉਂਦੇ ਆ, ਔਰ ਇਹਨਾਂ ਨੂੰ ਇਹ ਨਹੀਂ ਪਤਾ ਕਿ ਜ਼ੁਲਮ ਨੂੰ ਜਿੰਨਾ ਦਬੋਗੇ ਇਹ ਉਹ ਗੇਂਦ ਆ ਕਿ ਇੱਕ ਕੰਧ 'ਚ ਗੇਂਦ ਅਗਰ ਅਸੀਂ ਮਾਰਦੇ ਉਦੋਂ ਡਬਲ ਪ੍ਰੈਸ਼ਰ ਨਾਲ ਉਹ ਵਾਪਸ ਆਉਂਦੀ ਹੈ। ਇਸ ਕਰਕੇ ਇਹ ਜਿੰਨਾ ਫਿਰ ਇਹ ਜ਼ੁਲਮ ਨੂੰ ਦੱਬਣ ਦੀ ਕੋਸ਼ਿਸ਼ ਕਰੂਗੇ, ਇਹਨਾਂ ਦਾ ਲੋਕਾਂ ਦਾ ਬੇੜਾ ਗਰਕ ਹੋ ਜਾਣਾ, ਚਾਹੇ ਉਹ UP ਗੌਰਮੈਂਟ ਹੈ, ਚਾਹੇ ਉਹ ਸੈਂਟਰ ਗੌਰਮੈਂਟ ਆ। ਜਿਹੜੇ ਵੀ ਇਸ ਐਡਮਿਨਿਸਟ੍ਰੇਸ਼ਨ ਦੇ ਵੱਲੋਂ ਉਸ ਪਰਿਵਾਰ ਨੂੰ ਧਮਕੀਆਂ ਦਿੰਦੇ ਆ, ਉਹਨਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰਦੇ ਆ, ਉਹਨਾਂ ਨੂੰ ਮੇਰਾ ਇੱਕ ਸੰਦੇਸ਼ ਆ ਕਿ ਉਹਨਾਂ ਨੂੰ ਇਹ ਸੋਚ ਲੈਣਾ ਚਾਹੀਦਾ ਆਪੋ ਆਪਣੇ ਘਰਾਂ 'ਚ ਜਾ ਕੇ ਕਿ ਉਹਨਾਂ ਦੀ ਧਰਮ ਪਤਨੀ ਘਰ 'ਚ ਬੈਠੀ ਹੋਏਗੀ, ਉਹਨਾਂ ਦੀ ਬੇਟੀ ਘਰ 'ਚ ਬੈਠੀ ਹੋਏਗੀ, ਉਹਨਾਂ ਦੀ ਮਾਂ ਘਰ 'ਚ ਬੈਠੀ ਹੋਏਗੀ। ਅਗਰ ਉਹ ਉਹਨਾਂ ਵੱਲ ਦੇਖ ਲੈਣ ਤਾਂ ਉਹਨਾਂ ਨੂੰ ਮਨੀਸ਼ਾ ਵਾਲਮੀਕੀ ਉਹਨਾਂ ਦੇ ਵਿੱਚੋਂ ਨਜ਼ਰ ਆਏਗੀ, ਉਹ ਨਿਰਭਇਆ ਉਹਨਾਂ ਦੇ ਵਿੱਚੋਂ ਨਜ਼ਰ ਆਏਗੀ, ਅੰਜਲੀ ਉਹਨਾਂ ਦੇ ਵਿੱਚੋਂ ਨਜ਼ਰ ਆਏਗੀ। ਜਿੰਨੀਆਂ ਵੀ ਲੜਕੀਆਂ ਦੇ ਨਾਲ ਗੈਂਗ ਰੇਪ ਹੋਏ ਆ, ਉਹ ਸਾਰੀਆਂ ਲੜਕੀਆਂ ਦੀ ਜਿਹੜੀ ਸ਼ਕਲ ਆ ਉਹਨਾਂ ਦੇ ਘਰ ਦੇ ਵਿੱਚ ਬੈਠੀਆਂ ਮਹਿਲਾਵਾਂ ਦੇ ਅਗਰ ਚਿਹਰਿਆਂ ਨੂੰ ਉਹ ਗੌਰ ਨਾਲ ਦੇਖ ਲੈਣ ਤਾਂ ਉਹ 'ਚੋਂ ਨਜ਼ਰ ਆਊਗੀ, ਤਾਂ ਫਿਰ ਉਹ ਸੋਚ ਸਮਝ ਕੇ ਇਹ ਅੱਗੇ ਤੋਂ ਗੱਲ ਕਰਨਗੇ ਜੀ। ਅਗਰ ਗੱਲ ਕਰਦੇ ਅੱਜ ਦੇ ਟਾਈਮ ਦੇ ਵਿੱਚ ਪੂਰਾ ਦੇਸ਼ ਰੋਡਾਂ ਦੇ ਉੱਤੇ ਉਤਰਿਆ ਹੋਇਆ, ਦਿਨੋਂ ਦਿਨ ਦੇਖ ਰਹੇ ਹਾਂ ਕਿ ਕਰੀਬ 3-4 ਦਿਨ ਤੋਂ ਲਗਾਤਾਰ ਕੈਂਡਲ ਮਾਰਚ ਕੀਤੇ ਜਾ ਰਹੇ, ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਆ, ਰੋਸ ਮਾਰਚ ਕੀਤੇ ਜਾ ਰਹੇ, ਪਰ
ਪ੍ਰਸ਼ਾਸਨ ਵੱਲੋਂ ਹਜੇ ਤੱਕ ਕੋਈ ਵੀ ਇੱਦਾਂ ਦਾ ਕੋਈ ਠੋਸ ਜੇ ਕਹੀਏ ਕੋਈ ਕਦਮ ਨਹੀਂ ਚੱਕਿਆ ਗਿਆ ਉਹਨਾਂ ਦੇ ਪਰਿਵਾਰ ਨੂੰ ਇਨਸਾਫ ਦਿਵਾਉਣ ਦੇ ਲਈ ਕੋਈ ਇੱਦਾਂ ਦੇ ਠੋਸ ਕਦਮ ਨਹੀਂ ਬਣਾਏ ਗਏ ਕਿ ਅੱਗੇ ਤੋਂ ਇੱਦਾਂ ਦਾ ਨਾ ਹੋਵੇ। ਕਿ ਰਾਜਨੀਤੀ ਕਿਉਂ ਕੀਤੀ ਜਾ ਰਹੀ ਆ? ਸਵਾਲ ਬਾਰ-ਬਾਰ ਇਹੀ ਆਉਂਦਾ ਕਿ ਮਹਿਲਾਵਾਂ ਦੇ ਉੱਤੇ ਰਾਜਨੀਤੀ ਕਿਉਂ ਹੋ ਰਹੀ ਹੈ ਬਾਰ-ਬਾਰ? ਜਿਹੜਾ ਸਾਡਾ ਸਮਾਜ ਹੈ ਨਾ ਜੀ, ਉਹ ਹੈਗਾ ਇਲੀਟਰੇਟ, ਪੜ੍ਹਿਆ ਲਿਖਿਆ ਨਹੀਂ ਇੰਨਾ, ਚੰਦ ਬੰਦੇ ਪੜ੍ਹੇ ਲਿਖੇ ਆ। ਇੰਡੀਆ 'ਚ 10% ਲੋਕ ਪੜ੍ਹੇ, 90% ਲੋਕ ਇਲੀਟਰੇਟ ਆ। ਹੁਣ ਕੈਂਡਲ ਮਾਰਚ ਕੱਢ ਲਿਆ, ਜਿਹੜੇ ਕੈਂਡਲ ਮਾਰਚ ਹੀ ਕੱਢਦੇ ਆ, ਪਹਿਲਾਂ ਉਹਨਾਂ ਨੂੰ ਹੀ ਪੁੱਛ ਲਿਓ 4 ਦਿਨਾਂ ਬਾਅਦ ਤੁਸੀਂ ਉਹ ਕੈਂਡਲ ਮਾਰਚ ਕੱਢਿਆ ਸੀ, ਜਦੋਂ ਹਫ਼ਤਾ 10 ਦਿਨ ਬੀਤ ਜਾਊਗਾ ਉਹਨਾਂ ਨੂੰ ਪੁੱਛੋ ਵੀ ਉਹ ਕੈਂਡਲ ਮਾਰਚ ਕਿਹੜੇ ਲਈ ਕੱਢਿਆ ਸੀ। ਉਹਦੇ ਵਿੱਚੋਂ ਅੱਧੇ ਤੋਂ ਵੀ ਵੱਧ ਬੰਦੇ ਜਿਹੜੇ ਆ ਇਸ ਲੜਕੀ ਦਾ ਨਾਂ ਹੀ ਭੁੱਲ ਜਾਣਗੇ। ਕੈਂਡਲ ਮਾਰਚ ਦਾ ਮਕਸਦ ਜਾਂ ਐਜੀਟੇਸ਼ਨ ਦਾ ਮਕਸਦ ਜਾਂ ਪੋਲੀਟੀਕਲ ਪਾਰਟੀਆਂ ਵੱਲੋਂ ਕੋਈ ਵੀ ਰੂਪ ਰੇਖਾ ਉਲੀਕ ਕੇ ਉਸ ਲੜਕੀ ਦੇ ਨਾਮ ਦੇ ਉੱਤੇ ਰਾਜਨੀਤੀ ਕਰਨ ਦਾ ਮਕਸਦ, ਇਹ ਮਕਸਦਾਂ ਦੇ ਨਾਲ ਕੋਈ ਮਸਲਾ ਹੱਲ ਹੋਣ ਵਾਲਾ ਨਹੀਂ। ਜਦੋਂ ਵੀ ਕੋਈ ਵੀ ਲੜਕੀ ਦੇ ਨਾਲ ਇਹੋ ਜਿਹੀ ਘਟਨਾ ਵਾਪਰਦੀ ਆ ਅਤੇ ਕੈਂਡਲ ਮਾਰਚ ਦਾ ਤਦੇ ਹੀ ਸਾਨੂੰ ਫਾਇਦਾ ਜੇ ਅਸੀਂ ਕਿਸੇ ਨੂੰ ਜਸਟਿਸ ਦਿਵਾ ਸਕੀਏ। ਜਸਟਿਸ ਦਿਵਾਉਣ ਵਾਸਤੇ ਤਾਂ ਕੇਂਦਰ ਸਰਕਾਰ ਵਿੱਚ ਮਹਿਲਾਵਾਂ ਬੈਠੀਆਂ, ਐਨ ਸੀਤਾਰਮਨ ਫਾਈਨਾਂਸ ਮਿਨਿਸਟਰ, ਉਹਦੀ ਜ਼ੁਬਾਨ ਬੰਦ, ਮੇਨਕਾ ਗਾਂਧੀ, ਉਹਦੀ ਜ਼ੁਬਾਨ ਬੰਦ, ਇੱਕ ਕੀ ਨਾਂ ਆ ਉਹਦੀ, ਉਹ ਜਿਹੜੀ ਫਿਲਮ ਐਕਟਰ ਨਹੀਂ ਹੁੰਦੀ ਸੀ, ਉਹਦੀ ਜ਼ੁਬਾਨ ਬੰਦ, ਸਮ੍ਰਿਤੀ ਇਰਾਨੀ, ਉਹਦੀ ਜ਼ੁਬਾਨ ਬੰਦ ਆ। ਫਿਰ ਉਦੋਂ ਇਲਾਵਾ ਹੋਰ ਮੈਂਬਰ ਪਾਰਲੀਮੈਂਟ ਦੇਖੋ ਕਿੰਨੀਆਂ ਲੇਡੀਜ਼ ਆ, ਉਹਨਾਂ ਦੀ ਜ਼ੁਬਾਨ ਬੰਦ। ਜਾਣੀ ਕਿ ਜੇ ਔਰਤਾਂ ਹੀ ਔਰਤਾਂ ਦੇ ਹੱਕ 'ਚ ਨਹੀਂ ਬੋਲ ਸਕਦੀਆਂ ਤੇ ਫਿਰ ਕਿਹਨੇ ਬੋਲਣਾ? ਅੱਜ ਮਾਇਆਵਤੀ ਜੀ ਨੇ ਜਿਹੜੀ ਬਲਰਾਮਪੁਰ ਦੀ ਘਟਨਾ ਵਾਪਰੀ ਆ, ਅਤੇ ਅੱਜ ਉਹਨਾਂ ਨੇ ਦੁਪਹਿਰੇ 11 ਵਜੇ ਦੇ ਕਰੀਬ ਮੇਰਾ ਖਿਆਲ ਐਮਰਜੈਂਸੀ ਪ੍ਰੈਸ ਕਾਨਫਰੰਸ ਬੁਲਾਈ ਅਤੇ ਉਹਨਾਂ ਨੇ ਮਨੀਸ਼ਾ ਦੀ ਗੱਲ ਕਰਕੇ ਅਤੇ ਨਾਲ ਇਸ ਲੜਕੀ ਦੀ ਗੱਲ ਕੀਤੀ ਵੀ ਜਿਹੜੀ ਬਲਰਾਮਪੁਰ ਦੇ ਵਿੱਚ ਪੜ੍ਹੀ ਇੱਕ ਛਾਤਰਾ ਸੀ, ਸਟੂਡੈਂਟ ਸੀ, ਉਹ ਬੱਚੀ, ਉਹਦੇ ਨਾਲ ਬਲਾਤਕਾਰ ਹੋਇਆ, ਉਹਦੇ ਲੱਤਾਂ ਤੋੜ ਦਿੱਤੀਆਂ ਅਤੇ ਉਹਨੂੰ ਮੌਤ ਦੇ ਘਾਟ ਉਤਾਰਤਾ। ਅਤੇ ਇਹੋ ਜਿਹੀਆਂ ਘਟਨਾਵਾਂ ਹੁੰਦੀਆਂ ਤਾਂ ਬਾਕੀ ਮਹਿਲਾਵਾਂ ਜਿਹੜੀਆਂ ਅੱਪਰ ਕਾਸਟ ਦੀਆਂ ਉਹਨਾਂ ਦੀ ਜ਼ੁਬਾਨ ਬੰਦ ਆ, ਅਤੇ ਜਿਹੜੀਆਂ ਵਿੱਚ ਸਾਡੇ ਕਾਸਟਾਂ ਦੇ ਵਿੱਚੋਂ ਆ, ਚਾਹੇ ਪਛੜੀਆਂ ਜਾਤੀਆਂ 'ਚੋਂ ਆ ਅਤੇ ਚਾਹੇ ਉਹ ਦਲਿਤ ਵਰਗ ਨਾਲ ਰਿਲੇਟਡ ਆ, ਉਹ ਬੋਲਦੀਆਂ ਤਾਂ ਉਹਨਾਂ ਦੀ ਸੁਣਵਾਈ ਕੋਈ ਨਹੀਂ, ਚਾਹੇ ਉਹ ਕੇਂਦਰ ਸਰਕਾਰ ਆ ਚਾਹੇ ਰਾਜ ਸਰਕਾਰਾਂ ਆ। ਹੁਣ ਭੈਣ ਮਾਇਆਵਤੀ ਜੀ ਜਿਹੜੇ ਆ ਉਹ ਬੜੇ ਵੱਡੇ ਪਦ 'ਤੇ ਰਹੇ, 5 ਵਾਰ ਮੁੱਖ ਮੰਤਰੀ ਰਹੇ। ਜੇ ਉਹ ਇਸ ਕੁਐਸਚਨ ਨੂੰ ਉਠਾ ਰਹੇ ਤਾਂ ਬੀਜੇਪੀ ਦੀ ਸਿਹਤ 'ਤੇ ਕੋਈ ਅਸਰ ਨਹੀਂ, ਤਾਂ ਆਮ ਆਦਮੀ ਦੀ ਤੁਸੀਂ ਮੈਨੂੰ ਦੱਸੋ ਵੀ ਕਿੱਥੇ ਸੁਣਵਾਈ ਹੋਊਗੀ? ਜੇ ਇੱਕ ਯੂਪੀ ਦੇ ਵਿੱਚ 5 ਵਾਰ ਮੁੱਖ ਮੰਤਰੀ ਰਹੇ, ਅਗਰ ਉਹ ਕੁਐਸਚਨ ਉਠਾ ਰਹੇ, ਉਹਨਾਂ ਦੀ ਸੁਣਵਾਈ ਨਹੀਂ ਹੋ ਰਹੀ, ਅਤੇ ਬਾਕੀ ਮਹਿਲਾਵਾਂ ਅਗਰ ਬੋਲਣਗੀਆਂ, ਆਮ ਜਾਂ ਕੋਈ ਬੰਦਾ ਉੱਠ ਕੇ ਕੋਈ ਵਰਕਰ ਜਾਂ ਕਿਸੇ ਦੇ ਦਿਲ 'ਚ ਕੋਈ ਦਰਦ ਆ ਗਿਆ, ਉਹ ਅਗਰ ਕੈਂਡਲ ਮਾਰਚ ਕੱਢਦੇ ਆ ਤਾਂ ਫਿਰ ਉਹ ਕਿੱਦਾਂ ਹੋਊਗਾ? ਹੁਣ ਦੇਖੋ ਲੜਕੀਆਂ ਜਿਹੜੀਆਂ ਬੜੀਆਂ ਪੜ੍ਹੀਆਂ ਲਿਖੀਆਂ ਉਹ ਟੂ ਬੀ ਫਰੈਂਕ ਗੱਲਾਂ ਕਰ ਰਹੀਆਂ ਅੱਜ ਮੀਡੀਆ ਦੇ ਨਾਲ ਕਿ ਅੱਜ ਮੋਦੀ ਦੇ ਰਾਜ ਵਿੱਚ ਲੜਕੀਆਂ ਨਾਲ ਇਸ ਢੰਗ ਨਾਲ ਬਲਾਤਕਾਰ ਹੋ ਰਿਹਾ, ਲੜਕੀਆਂ ਦੇ ਕੱਪੜੇ ਪਾੜ ਦਿੱਤੇ ਜਾਂਦੇ, ਲੜਕੀਆਂ ਨੂੰ ਟੌਰਚਰ ਕੀਤਾ ਜਾਂਦਾ, ਜਿਸਮਾਨੀ ਤੌਰ 'ਤੇ ਛੇੜਛਾੜ ਹੋ ਰਹੀ ਆ। ਮਗਰ ਅਗਰ ਲੜਕੀਆਂ ਆਪਣਾ ਆਵਾਜ਼ ਉਠਾ ਰਹੀਆਂ ਪੰਜਾਬ ਯੂਨੀਵਰਸਿਟੀ ਦੀਆਂ ਜਾਂ ਪ੍ਰੋਫੈਸਰ ਆ ਪੰਜਾਬ ਯੂਨੀਵਰਸਿਟੀ ਦੇ ਜਾਂ ਹੋਰ ਕਾਲਜਾਂ ਦੇ, ਅਗਰ ਉਹ ਅੱਜ ਦੇ ਯੁੱਗ ਦੇ ਵਿੱਚ ਲੋਕਾਂ ਨੂੰ ਡਰਾਮੇ ਕਰਕੇ ਇਕੱਠੇ ਕਰਕੇ ਉਹਨਾਂ ਨੂੰ ਇੱਕ ਔਰਤ ਦੀ ਮਹੱਤਤਾ ਦੱਸ ਰਹੀ ਹੈ ਅਤੇ ਉਹ ਵੀ ਤਾਂ ਧੀਆਂ ਹੀ ਆ, ਤਾਂ ਫਿਰ ਵੀ ਜੇ ਦੁਨੀਆ ਨਹੀਂ ਸਮਝਦੀ ਤਾਂ ਜਾਂ ਸਰਕਾਰਾਂ ਨਹੀਂ ਸਮਝਦੀਆਂ, ਫਿਰ ਅਸੀਂ ਕੀ ਕਰ ਸਕਦੇ ਹਾਂ? ਕਹਿੰਦੇ ਕਿ ਦੇਸ਼ ਚੱਲ ਰਿਹਾ ਤਰੱਕੀ ਦੇ ਰਾਹ 'ਤੇ, ਨਿੱਜੀਕਰਨ ਹੋ ਰਿਹਾ ਦੇਸ਼ ਦਾ, ਕੀ ਇਹਦੇ ਬਾਰੇ ਤੁਹਾਡਾ ਕੀ ਕਹਿਣਾ? ਦੇਸ਼ ਤਾਂ ਸਾਰਾ ਨਿੱਜੀਕਰਨ ਹੋ ਹੀ ਗਿਆ, ਪ੍ਰਾਈਵੇਟਾਈਜੇਸ਼ਨ ਉਹਦਾ। ਮੈਂ ਤਾਂ ਅੱਗੇ ਵੀ ਕਹਿਣਾ ਕਿ ਬਾਬਾ ਸਾਹਿਬ ਡਾਕਟਰ ਅੰਬੇਦਕਰ ਸਾਹਿਬ ਨੇ ਇੱਕ ਗੱਲ ਕਹੀ ਸੀ ਕਿ ਹਰ 10 ਸਾਲ ਬਾਅਦ ਦਲਿਤਾਂ ਦੀ ਰਿਜ਼ਰਵੇਸ਼ਨ ਜਿਹੜੀ ਆ ਉਹ ਰਿਵਿਊ ਕੀਤੀ ਜਾਊਗੀ,
ਤੇ ਉਹ ਅੱਜ 131 ਦੇ ਕਰੀਬ 31 ਕੇ 32 ਮੈਂਬਰ ਪਾਰਲੀਮੈਂਟ ਆ। 10 ਸਾਲ ਬਾਅਦ ਉਹਨਾਂ ਦੀ ਵੋਟਿੰਗ ਹੁੰਦੀ ਹੈ, ਅਲੱਗ-ਅਲੱਗ ਪਾਰਟੀਆਂ ਨੂੰ ਬਿਲੋਂਗ ਕਰਦੇ ਆ, ਮਗਰ ਇਸ ਮੁੱਦੇ ਤੋਂ ਸਾਰੇ ਇਕੱਠੇ ਹੋ ਕੇ ਵੋਟ ਪਾਉਂਦੇ ਤਾਂ ਉਹ ਰਿਜ਼ਰਵੇਸ਼ਨ ਰੀਨਿਊ ਹੋ ਜਾਂਦੀ। ਸਰਕਾਰ ਰਿਜ਼ਰਵੇਸ਼ਨ ਨੂੰ ਨਹੀਂ ਭੰਗ ਕਰ ਸਕਦੀ, ਤੋੜ ਨਹੀਂ ਸਕਦੀ। ਸਰਕਾਰ ਨੇ ਦੂਸਰਾ ਰੂਪ ਅਖਤਿਆਰ ਲਿਆ ਕਿ ਜਿੰਨੇ ਸਰਕਾਰੀ ਅਦਾਰੇ ਆ ਸਾਰੇ ਪ੍ਰਾਈਵੇਟ ਕਰ ਦਿਓ, 50-50 ਸਾਲ ਲਈ ਲੀਜ਼ 'ਤੇ ਕਰ ਦਿਓ, ਜਿੰਨੀਆਂ ਇੰਡਸਟਰੀਆਂ ਸਾਰੀਆਂ ਪ੍ਰਾਈਵੇਟ ਕਰ ਦਿਓ, ਜਿੰਨੇ ਵੀ ਹੋਰ ਅਦਾਰੇ ਆ ਜਾਂ ਏਵੀਏਸ਼ਨ ਡਿਪਾਰਟਮੈਂਟ ਹੈ ਉਹਨੂੰ ਪ੍ਰਾਈਵੇਟ ਕਰ ਦਿਓ। ਪ੍ਰਾਈਵੇਟ ਕਰਕੇ ਰਿਜ਼ਰਵੇਸ਼ਨ ਵੈਸੇ ਹੀ ਖਤਮ ਹੋ ਗਈ, ਉੱਥੇ ਤਾਂ ਰਿਜ਼ਰਵੇਸ਼ਨ ਖਤਮ ਹੋ ਗਈ। ਹੁਣ ਇੰਡੀਅਨ ਰੇਲਵੇ ਅਡਾਨੀਆਂ ਨੂੰ ਦੇ ਦਿੱਤਾ। ਸਭ ਤੋਂ ਵੱਡਾ ਜਿਹੜਾ ਲਾਲੂ ਯਾਦਵ ਦੇ ਕਾਰਜਕਾਲ ਦੌਰਾਨ 20,000 ਕਰੋੜ ਦਾ ਪ੍ਰੋਫਿਟ ਵਿੱਚ ਸੀ, ਤਾਂ ਕਿੰਨੇ ਲੋਕਾਂ ਨੂੰ ਉੱਥੇ ਨੌਕਰੀਆਂ ਮਿਲੀਆਂ ਸੀ, ਉਹ ਪ੍ਰਾਈਵੇਟ ਕਰ ਦਿੱਤਾ, ਅਡਾਨੀਆਂ ਨੂੰ ਦੇ ਦਿੱਤਾ ਇੰਡੀਅਨ ਰੇਲਵੇ, ਉਹ ਉੱਥੇ ਰਿਜ਼ਰਵੇਸ਼ਨ ਖਤਮ ਹੋ ਗਈ। ਫਿਰ ਹੁਣ ਰਹਿ ਗਈ ਵਿਧਾਨ ਸਭਾਵਾਂ ਅਤੇ ਲੋਕ ਸਭਾ। ਹੁਣ ਇਹ ਲੋਕ ਸਭਾ ਅਤੇ ਵਿਧਾਨ ਸਭਾ ਜਿੱਦਣ ਪ੍ਰਾਈਵੇਟ ਹੱਥਾਂ ਨੂੰ ਦੇ ਦਿੱਤੀਆਂ, ਪ੍ਰਾਈਵੇਟ ਕਾਰਪੋਰੇਟ ਸੈਕਟਰ ਨੂੰ ਦੇ ਦਿੱਤੇ ਵੀ ਦੋਨੇ ਅਦਾਰੇ, ਤਾਂ ਫਿਰ ਉਸ ਦਿਨ ਤੋਂ ਤੁਸੀਂ MLA ਔਰ MP ਜਿਹੜੇ ਜਿੱਤਦੇ ਨਾ ਜੀ ਰਿਜ਼ਰਵੇਸ਼ਨ ਦੇ ਮਾਧਿਅਮ ਤੋਂ, ਇਹਨਾਂ ਦੀ ਵੀ ਛੁੱਟੀ ਹੋ ਜਾਣੀ ਆ। ਇਹ ਸਾਰੇ ਫਿਰ ਵਿਚਾਰੇ ਸੜਕਾਂ 'ਤੇ ਮੰਗ 'ਤੇ ਬਣ ਕੇ ਨਜ਼ਰ ਆਉਣਗੇ, ਜਿਹੜੇ ਅੱਜ ਵਧੀਆ ਲਗਜ਼ਰੀ ਕਾਰਾਂ 'ਚ ਫਿਰਦੇ ਆ, ਜਿਹੜੇ ਵਧੀਆ ਆਪਣੀਆਂ ਕੋਠੀਆਂ 'ਚ ਰਹਿੰਦੇ ਆ, AC ਤੋਂ ਬਾਹਰ ਨਹੀਂ ਆਉਂਦੇ। ਉਹ ਲੋਕ ਜਿਹੜੇ ਬਾਬਾ ਸਾਹਿਬ ਡਾਕਟਰ ਅੰਬੇਦਕਰ ਦੀ ਬਦੌਲਤ ਰਿਜ਼ਰਵੇਸ਼ਨ ਦੇ ਮਾਧਿਅਮ ਤੋਂ ਅੱਜ ਤੱਕ ਰਾਸ਼ਟਰਪਤੀ ਬਣ ਗਏ, ਮਿਨਿਸਟਰ ਬਣ ਗਏ, ਕੈਬਨਿਟ ਮਿਨਿਸਟਰ ਬਣ ਗਏ, MLA ਬਣ ਗਏ, ਔਰ ਹੋਰ ਪਤਾ ਨਹੀਂ ਕਿੰਨੀਆਂ ਕੁ ਪਦਵੀਆਂ ਦੇ ਉੱਤੇ ਜਾ ਕੇ ਬਹਿ ਗਏ, ਗਵਰਨਰ ਬਣ ਗਏ। ਮਗਰ ਇਹ ਫਿਰ ਬਣਨਗੇ ਨਹੀਂ ਜਿੱਦਣ ਵਿਧਾਨ ਸਭਾਵਾਂ ਅਤੇ ਲੋਕ ਸਭਾ ਇਹ ਪ੍ਰਾਈਵੇਟ ਦੇ ਦਿੱਤੀਆਂ, ਅਤੇ ਉਦਣ ਰਿਜ਼ਰਵੇਸ਼ਨ ਖਤਮ। ਮੈਂ ਕੱਲ੍ਹ ਵੀ ਇਹੀ ਗੱਲ ਸਾਰਿਆਂ ਨੂੰ ਕਹਿ ਰਿਹਾ ਸੀ ਕਿ ਤੁਸੀਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦਾ ਮੁੱਦਾ ਚੁੱਕ ਕੇ ਤੁਰੇ ਫਿਰਦੇ ਆ। ਜਦ ਦੇਸ਼ ਹੀ ਪ੍ਰਾਈਵੇਟ ਕਰ ਦਿੱਤਾ ਤਾਂ ਤੁਹਾਡਾ ਇਹ ਪੋਸਟ ਮੈਟ੍ਰਿਕ ਸਕਾਲਰਸ਼ਿਪ ਆਉਣੀ ਕਿੱਥੋਂ ਆ? ਉਹਨਾਂ ਤਾਂ ਤੁਹਾਡੇ ਬੱਚੇ ਜਿਹੜੇ ਆ ਦਲਿਤਾਂ ਦੇ, ਪਛੜੀਆਂ ਜਾਤੀਆਂ ਦੇ ਬੱਚੇ ਅਨਪੜ੍ਹ ਰੱਖਣੇ ਆ, ਤਾਂ ਜੋ ਕਿ ਤੁਹਾਡੇ ਬੱਚੇ ਢਾਬਿਆਂ 'ਤੇ ਭਾਂਡੇ ਮਾਂਜਣ, ਉੱਥੇ ਮੰਡੀਆਂ 'ਚ ਬੋਰੀਆਂ ਚੁੱਕਣ, ਫੈਕਟਰੀਆਂ 'ਚ ਨੌਕਰੀਆਂ ਕਰਨ, ਬੰਦੂਆ ਮਜ਼ਦੂਰ ਬਣਨ। ਇਹ ਤਾਂ ਸਰਕਾਰ ਦੀ ਆਈਡੀਓਲੋਜੀ ਔਰ ਉਹ ਆਪਣੀ ਆਈਡੀਓਲੋਜੀ ਦੇ ਵਿੱਚ ਕਾਮਯਾਬ ਹੈ। ਹੁਣ ਅਸੀਂ ਲੋਕ ਬੇਵਕੂਫ ਹਾਂ, ਮੈਂ ਇਨਕਲੂਡਿੰਗ ਟੂ ਮਾਈ ਸੈਲਫ, ਮੈਂ ਆਪਣੇ ਆਪ ਨੂੰ ਵੀ ਅਤੇ ਬਾਕੀ ਲੀਡਰਾਂ ਨੂੰ ਵੀ ਕਹਿ ਰਿਹਾ, ਜਿਹੜੇ ਦਲਿਤ ਔਰ ਪਿਛੜੀ ਜਾਤੀਆਂ ਨੂੰ ਬਿਲੋਂਗ ਕਰਦੇ ਆ, ਜਿਹੜੇ ਅਕਾਲੀ ਦਲ ਲਈ ਕੰਮ ਕਰਦੇ ਆ, ਕੋਈ ਕਾਂਗਰਸ ਲਈ ਕੰਮ ਕਰ ਰਿਹਾ, ਕੋਈ BJP ਲਈ ਕੰਮ ਕਰ ਰਿਹਾ, ਕੋਈ BSP ਲਈ ਕੰਮ ਕਰ ਰਿਹਾ। ਬਾਬਾ ਸਾਹਿਬ ਡਾਕਟਰ ਅੰਬੇਦਕਰ ਨੇ ਕੋਈ ਪੋਲੀਟੀਕਲ ਪਾਰਟੀ ਨੂੰ ਜਨਮ ਨਹੀਂ ਦਿੱਤਾ। ਰਿਪਬਲਿਕਨ ਪਾਰਟੀ ਆਫ ਇੰਡੀਆ ਉਹ ਬਾਬਾ ਸਾਹਿਬ ਡਾਕਟਰ ਅੰਬੇਦਕਰ ਨੇ ਬਣਾਈ ਸੀ, ਔਰ ਉਸ ਮਾਧਿਅਮ ਤੋਂ ਉਹਨਾਂ ਨੇ ਕਿਹਾ ਸੀ ਕਿ ਕਾਂਗਰਸ ਇੱਕ ਜਲਤਾ ਹੁਆ महल है, जो इसमें जाएगा वो राख हो जाएगा। ਔਰ ਕਾਂਗਰਸ ਨੇ ਦੇਸ਼ ਨੂੰ ਖਾਧਾ। ਅੱਜ ਉਹ ਹਟੇ ਤਾਂ ਇਹ ਦੂਜੇ ਖਾਣ ਲੱਗ ਪਏ। ਜਿਹੜੇ ਕਾਂਗਰਸ ਦੇ ਸ਼ਾਸਨ ਕਾਲ 'ਚ ਮਿਨਿਸਟਰ ਹੁੰਦੇ ਸੀ, ਅੱਜ ਉਹੀ ਕਾਂਗਰਸੀ BJP ਦੇ ਵਿੱਚ ਆ ਕੇ MP ਬਣ ਕੇ ਔਰ ਮਿਨਿਸਟਰ ਬਣ ਕੇ ਉਹ ਦੇਸ਼ ਨੂੰ ਖਾ ਰਹੇ ਆ। ਨਰਿੰਦਰ ਮੋਦੀ ਤਾਂ ਇੱਕ ਦਿਖਾਵਾ, BJP ਦੀ ਸਰਕਾਰ ਹੈ ਸੇਮ ਥਿੰਗ ਆ, ਔਰ ਇੱਕ ਸਿੱਕੇ ਦੇ ਦੋਨੇ ਪਾਸੇ ਆ, ਔਰ ਇਹਨਾਂ ਨੇ ਪੂਰਾ ਦੇਸ਼ ਉਹ ਬਰਬਾਦ ਕਰਨਾ ਔਰ ਕਰ ਵੀ ਦਿੱਤਾ ਹੈ। 75% ਬਰਬਾਦ ਕਰ ਦਿੱਤਾ। ਜਿਹੜਾ 25% ਆ ਉਹ 4 ਸਾਲਾਂ 'ਚ ਉਹ ਵੀ ਹੋ ਜਾਊਗਾ। LIC ਦੇ 25% ਸ਼ੇਅਰ ਜਿਹੜੇ ਆ ਉਹ ਵੀ ਪ੍ਰਾਈਵੇਟ ਹੱਥਾਂ ਦੇ ਵਿੱਚ ਦੇ ਦਿੱਤੇ। ਭਾਵ ਕੋਈ ਸਰਕਾਰੀ ਅਦਾਰਾ ਨਹੀਂ ਛੱਡਣਾ। ਕਾਹਦੇ ਕਰਕੇ? ਰਿਜ਼ਰਵੇਸ਼ਨ ਨੂੰ ਖਤਮ ਕਰਨਾ ਕਰਕੇ। ਇਹਦੇ ਵਾਸਤੇ ਦਲਿਤ ਔਰ ਪਿਛੜੀ ਜਾਤੀ ਦੇ ਜਿਹੜੇ ਸਕਾਲਰ ਆ ਉਹਨਾਂ ਨੂੰ ਵੀ ਸੋਚਣਾ ਪਊਗਾ, MLA ਨੂੰ ਵੀ ਸੋਚਣਾ ਪਊਗਾ, ਮਿਨਿਸਟਰਾਂ ਨੂੰ ਵੀ ਸੋਚਣਾ ਪਊਗਾ। ਅਗਰ ਉਹ ਨਹੀਂ ਸੋਚਣਗੇ ਤਾਂ ਆਉਣ ਵਾਲੀ ਆਪਣੀ ਜਨਰੇਸ਼ਨ ਦੇ ਉਹ ਪੈਰਾਂ ਦੇ ਉੱਤੇ ਕੁਹਾੜਾ ਮਾਰ ਰਹੇ ਜੀ। ਸੋ ਸਰ, ਲਾਸਟ ਦੇ ਵਿੱਚ ਜੋ ਇਸ ਚੈਨਲ ਨੂੰ ਦਰਸ਼ਕ ਦੇਖਦੇ ਨੇ, ਤੁਸੀਂ ਆਪਣੇ ਵੱਲੋਂ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ? ਮੈਂ ਤਾਂ ਉਹਨਾਂ ਨੂੰ ਇਹੀ ਗੱਲ ਕਹੂੰਗਾ ਕਿ ਮੈਂ ਜਿੰਨੀਆਂ ਵੀ ਗੱਲਾਂ ਕਹੀਆਂ, ਮੈਂ ਔਨ ਦਾ ਰਿਕਾਰਡ ਗੱਲਾਂ ਕਰਦਾ ਹੁੰਦਾ, ਮੈਂ ਹਵਾਈ ਗੱਲਾਂ ਕਦੇ ਨਹੀਂ ਕਰਦਾ। ਮੈਂ ਜੋ ਕਹਿ ਰਿਹਾ, ਅਗਰ ਮੇਰੀ ਗੱਲ ਦੇ ਵਿੱਚ ਕੋਈ ਉਹਨਾਂ ਨੂੰ ਆਨਾਕਾਨੀ ਲੱਗਦੀ, ਝੂਠ ਲੱਗਦੀ ਹੈ ਤਾਂ ਬੇਸ਼ੱਕ ਨਾ ਦੇਖੋ। ਨਹੀਂ ਤਾਂ ਜੋ ਮੈਂ ਦੱਸ ਰਿਹਾ ਇਹਨਾਂ ਗੱਲਾਂ ਨੂੰ ਤੁਹਾਡੀ ਡਿਊਟੀ ਬਣਦੀ ਕਿ ਤੁਸੀਂ ਵੀ ਜਨ ਜਨ ਤੱਕ ਪਹੁੰਚਾਓ, ਤਾਂ ਜੋ ਕਿ ਲੋਕ ਅਵੇਅਰ ਹੋਣ। ਅਗਰ ਲੋਕ ਅਵੇਅਰ ਹੋਣਗੇ ਤਦ ਹੀ ਸਾਨੂੰ ਜਸਟਿਸ ਜਿਹੜਾ ਉਹ ਕੋਰਟਾਂ ਦੇ ਵਿੱਚੋਂ ਮਿਲ ਸਕਦਾ, ਚਾਹੇ ਸੁਪਰੀਮ ਕੋਰਟ ਹੋਵੇ, ਹਾਈ ਕੋਰਟ ਹੋਵੇ, ਸੈਸ਼ਨ ਕੋਰਟ ਹੋਵੇ, ਲੋਅਰ ਕੋਰਟ ਹੋਵੇ। ਮੈਂ ਉੱਪਰੋਂ ਥੱਲੇ ਨੂੰ ਆਉਣਾ, ਨਾ ਕਿ ਥੱਲੇ ਉੱਪਰ ਨੂੰ ਜਾਣਾ, ਤਾਂ ਜੋ ਕਿ ਉੱਪਰਲਾ ਜੇ ਢਾਂਚਾ ਵਧੀਆ ਬਣਿਆ ਹੋਊਗਾ ਤਾਂ ਥੱਲੇ ਤੱਕ ਆ ਕੇ ਸਾਡੇ ਸਮਾਜ ਨੂੰ ਜਿਹੜਾ ਉਹ ਜਸਟਿਸ ਮਿਲ ਸਕਦਾ। ਅਦਰਵਾਈਜ਼ ਨਹੀਂ। ਇਹਦੇ ਲਈ
ਲਈ ਲੋਕਾਂ ਨੂੰ ਹੁਣ ਜਾਗਰੂਕ ਹੋਣਾ ਪਊਗਾ, ਉੱਠਣਾ ਪਊਗਾ, ਐਜੀਟੇਸ਼ਨ ਕਰਨੀ ਪਊਗੀ, ਤਦ ਹੀ ਜਾ ਕੇ ਸਰਕਾਰਾਂ ਜਿਹੜੀਆਂ ਉਹ ਸਹੀ ਦਿਸ਼ਾ ਨਿਰਦੇਸ਼ ਆਪਣੇ ਡਾਇਰੈਕਸ਼ਨ ਦੇ ਸਕਣਗੀਆਂ ਔਰ ਸਮਾਜ ਨੂੰ ਆਪਾਂ ਸਹੀ ਲੀਹਾਂ 'ਤੇ ਲਿਆ ਸਕਦੇ ਹਾਂ ਜੀ। ਸੋ ਫੈਨ ਅੰਬੇਡਕਰ ਟੀਵੀ ਨਾਲ ਗੱਲਬਾਤ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ। ਜੈ ਭੀਮ, ਜੈ ਭਾਰਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਇਹ ਸਨ ਸਾਡੇ ਨਾਲ ਬਹੁਜਨ ਸਮਾਜ ਪਾਰਟੀ ਦੇ ਸਾਬਕਾ ਮੀਤ ਪ੍ਰਧਾਨ ਸ਼੍ਰੀ MP ਸਿੰਘ ਗੁਰਾਇਆ ਜੀ, ਜਿਨ੍ਹਾਂ ਨੇ ਕਿ ਦੇਸ਼ ਦੇ ਜੋ ਮੌਜੂਦਾ ਹਾਲਾਤ ਨੇ, ਖਾਸ ਕਰਕੇ ਔਰਤਾਂ ਦੇ ਨਾਂ 'ਤੇ ਕੀਤੀ ਜਾਣ ਵਾਲੀ ਰਾਜਨੀਤੀ ਔਰ ਜੋ ਅੱਜ ਦੇ ਬੱਚੀਆਂ ਨੂੰ ਲੈ ਕੇ, ਔਰਤਾਂ ਨੂੰ ਲੈ ਕੇ ਅੱਜ ਦੇ ਮੌਜੂਦਾ ਹਾਲਾਤਾਂ ਬਾਰੇ ਇਸ ਚੈਨਲ ਨਾਲ ਜੋ ਗੱਲਬਾਤ ਕੀਤੀ। ਸੋ ਇਸੇ ਤਰ੍ਹਾਂ ਤੁਸੀਂ ਨਵੀਆਂ ਖਬਰਾਂ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ, ਸ਼ੇਅਰ ਕਰੋ ਔਰ ਕਮੈਂਟਸ ਦੇ ਵਿੱਚ ਆਪਣੀ ਰਾਏ ਜ਼ਰੂਰ ਦਿਆ ਕਰੋ। ਦਿਓ ਇਜਾਜ਼ਤ। ਧੰਨਵਾਦ।